ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀ ਸ਼ੁਰੂ ਕੀਤੀ ਹੋਈ ਆ ਸਿੱਖ ਧਰਮ ਦੇ ਸੰਕਲਪ, ਅਤੇ ਇਸ ਸਿਰਲੇਖ ਅਧੀਨ ਆਪਾਂ ਕੁਛ ਭਾਗਾਂ ਦੇ ਵਿੱਚ ਵਿਚਾਰਿਆ ਵੀ ਧਰਮ ਦੀ ਲੋੜ ਕੀ ਹੈ, ਆਪਣਾ ਧਰਮ ਕੀ ਹੈ ਜੀ, ਅਤੇ ਧਰਮ ਦੀ ਲੋੜ ਕੀ ਹੈ ਉਹ ਆਪਾਂ ਅੱਜ ਤੋਂ ਜਿਹੜਾ ਆ ਵੀ ਉਹ ਸ਼ੁਰੂ ਕਰਨਾ। ਕਿਉਂਕਿ ਧਰਮ ਕੀ ਹੈ ਇਹ ਆਪਾਂ ਜਿਹੜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਦਾ ਕਿਤਾਬ 'ਚ ਆਇਆ ਜੀ, ਸਿੱਖ ਧਰਮ ਫਿਲਾਸਫੀ ਜਾਂ ਸਿੱਖ ਧਰਮ ਫਲਸਫਾ, ਉਹਦੇ ਆਧਾਰ ਦੇ ਉੱਤੇ ਆਪਾਂ ਜਿਹੜਾ ਆ ਵੀ ਇਹ ਵਿਚਾਰਾਂ ਇਹਦੇ ਬਾਰੇ ਕੀਤੀਆਂ ਸੀਗੀਆਂ। ਅਤੇ ਜੇ ਇਹਨੂੰ ਆਪਾਂ ਸਮ ਅਪ ਕਰਨਾ ਹੋਵੇ ਭਈ ਧਰਮ ਕੀ ਹੈ, ਅਤੇ ਉਹਦੇ ਵਿੱਚ ਇਹ ਹੀ ਆਉਂਦਾ ਭਈ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਆ ਭਈ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਜੀ। ਅਤੇ ਇਹ ਬੜੀ ਸੌਖੀ ਜੀ ਜਿਹੜੀ ਆ ਵੀ ਉਹ ਡੈਫੀਨੇਸ਼ਨ ਦੇ ਦਿੰਦੇ ਨੇ ਜੀ ਭਈ ਕਰਮ ਜੇ ਚੰਗੇ ਆ ਤੁਹਾਡੇ, ਭਈ ਉਹ ਚੰਗੇ ਕਰਮ ਜਿਹੜੇ ਨੇ ਉਹੀ ਧਰਮ ਆ। ਬਿਲਕੁਲ। ਅਤੇ ਚੰਗੀ ਸੋਚ ਅਤੇ ਉਹਦੇ ਵਿੱਚੋਂ ਚੰਗੇ ਕਰਮ ਜਿਹੜੇ ਨਿਕਲਣੇ ਆ ਉਹ ਧਰਮ ਆ। ਬਿਲਕੁਲ। ਅਤੇ ਫਿਰ ਉਹ ਉਦਾਹਰਨ ਉਹ ਵੀ ਦਿੰਦੇ ਨੇ ਵੀ ਜਿਹੜੇ ਜਾਪਜੀ ਸਾਹਿਬ ਦੇ ਵਿੱਚ 5 ਖੰਡ ਆਉਂਦੇ ਨੇ ਵੀ ਜਿਹੜਾ ਪਹਿਲਾ ਪੜਾਅ ਆ ਖੰਡ ਜਿਹੜਾ ਵੀ ਉਹ ਧਰਮ ਦਾ ਵੀ ਜਿੱਥੇ ਧਰਮ ਬਾਰੇ ਜਿਹੜੀ ਵਿਚਾਰ ਆ ਵੀ ਉਹ ਸਾਰੀ ਹੁੰਦੀ ਆ ਵੀ ਦਿਮਾਗ ਦੇ ਵਿੱਚ ਆਉਂਦਾ ਆ ਵੀ ਧਰਮ ਕੀ ਆ। ਅਤੇ ਉਹ ਸਾਰਾ ਕੁਛ ਜਿਹੜਾ ਆ ਵੀ ਉਹਨੂੰ ਆਪਾਂ ਵੀ ਇਸ ਬਾਰੇ ਵਿਚਾਰਿਆ ਆ। ਅਤੇ ਇਹਦੇ ਜਿਹੜੇ ਵੀਰ ਭੈਣ ਵੀ ਇਹ ਤੋਂ ਲਾਹਾ ਲੈਣਾ ਚਾਹੁੰਦੇ ਹੋਣ ਵੀ ਉਹ ਜਿਹੜੇ ਪਹਿਲੇ ਭਾਗ ਹੈਗੇ ਆ ਅਤੇ ਉਹਨਾਂ ਦੇ ਵਿੱਚ ਵੀ ਉਹ ਸੁਣ ਕੇ ਲੜੀਵਾਰ ਅਤੇ ਉਹ ਤੋਂ ਜਿਹੜੇ ਲਾਹਾ ਲੈ ਸਕਦੇ ਆ ਜੀ। ਅਤੇ ਅੱਜ ਆਪਾਂ ਸ਼ੁਰੂ ਕਰੀਏ ਪਈ ਧਰਮ ਦੀ ਲੋੜ ਜੀ। ਅਤੇ ਇਹ ਵੀ ਜਿਹੜਾ ਆ ਵੀ ਉਸੇ ਕਿਤਾਬ 'ਚ ਤਾਂ ਅਗਲਾ ਚੈਪਟਰ ਆ ਜੀ। ਅਤੇ ਪੜ੍ਹੀਏ ਜੀ ਆਪਾਂ। ਹਾਂਜੀ ਬਿਲਕੁਲ। ਅਤੇ ਇਸ ਚੈਪਟਰ ਦੇ ਵਿੱਚ ਉਹ ਇਸ ਤਰੀਕੇ ਨਾਲ ਸ਼ੁਰੂ ਕਰਦੇ ਹਨ ਕਿ ਧਰਮ ਦੀ ਲੋੜ। ਇਨਸਾਨ ਸਮਾਜਿਕ ਜੀਵ ਹੈ ਅਤੇ ਸੁਭਾਵਕ ਹੀ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ। ਸਮਾਜ ਤਦ ਹੀ ਕਾਇਮ ਰਹਿ ਸਕਦਾ ਹੈ ਜੇ ਸਮੁੱਚੀ ਭਲਾਈ ਲਈ ਕੁਝ ਨਿਯਮਾਂ ਅਤੇ ਚੱਲਿਆ ਜਾਏ ਅਤੇ ਕਿਸੇ ਸਦਾਚਾਰ ਨਿਯਮਾਵਲੀ ਦੀ ਪਾਲਣਾ ਕੀਤੀ ਜਾਏ। ਸਦਾਚਾਰਕ ਨਿਯਮਾਂ ਦੀ ਪੂਰਤੀ ਲਈ ਕਈ ਰਾਜਸੀ ਕਾਨੂੰਨ ਵੀ ਬਣਾਏ ਜਾਂਦੇ ਹਨ, ਪਰ ਇਹ ਸਦਾਚਾਰਕ ਨਿਯਮ ਤੇ ਕਾਨੂੰਨ ਮਨੁੱਖ ਦੀ ਅੰਦਰਲੀ ਸ਼ਖਸੀਅਤ ਨੂੰ ਘੜਨ ਵਿੱਚ ਹਰ ਥਾਂ ਸਹਾਈ ਨਹੀਂ ਹੁੰਦੇ। ਜਿਵੇਂ ਮਿਸਾਲ ਦੇ ਤੌਰ 'ਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸਦਾਚਾਰਕ ਨਿਯਮਾਂ ਅਨੁਸਾਰ ਬੁਰਾਈਆਂ ਹਨ, ਪਰ ਇਹਨਾਂ ਤੋਂ ਬਚਾਉਣ ਲਈ ਕੇਵਲ ਸਦਾਚਾਰਕ ਨਿਯਮ ਜਾਂ ਰਾਜਸੀ ਕਾਨੂੰਨ ਦਾ ਡਰ ਬਹੁਤੀ ਮਦਦ ਨਹੀਂ ਕਰ ਸਕਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਲੋਕਾਂ ਨੂੰ ਬਚਾਉਣ ਲਈ ਰਾਜ ਦੇ ਡਰ ਤੋਂ ਬਿਨਾਂ ਕਿਸੇ ਹੋਰ ਡਰ ਦੀ ਲੋੜ ਹੈ। ਇਹ ਡਰ ਕੇਵਲ ਧਰਮ ਹੀ ਪੈਦਾ ਕਰਦਾ ਹੈ। ਠੀਕ ਆ ਵੀ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਲਿਖੇ ਆ, ਪਰ ਜੇ ਆਪਾਂ ਇਹਨੂੰ ਨਾ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਵਿਚਾਰੀਏ ਜੀ, ਅਤੇ ਧਰਮ ਜਿਹੜਾ ਆ ਉਹ ਸਿੱਖ ਧਰਮ ਖਾਸ ਤੌਰ ਦੇ ਉੱਤੇ ਜੀ ਵੀ ਉਹ ਇਹ ਨਹੀਂ ਕਰਦਾ ਵੀ ਉਹ ਤੁਹਾਨੂੰ ਡਰ ਪੈਦਾ ਕਰਕੇ ਅਤੇ ਫਿਰ ਉਹ ਕਵੇ ਵੀ ਤਾਂ ਕਰਕੇ ਵੀ ਤੁਹਾਨੂੰ ਇਹ ਕਰਨਾ ਪੈਣਾ। ਬਿਲਕੁਲ। ਬਾਕੀ ਧਰਮ ਬਿਲਕੁਲ ਕਰਦੇ ਆ ਵੀ ਉਹ ਕਹਿੰਦੇ ਆ ਵੀ ਜੇ ਤੁਸੀਂ ਐਂ ਨਾ ਕੀਤਾ ਤਾਂ ਤੁਸੀਂ ਨਰਕਾਂ 'ਚ ਜਾਓਗੇ, ਅਤੇ ਨਰਕਾਂ ਦਾ ਫਿਰ ਉਹ ਜਿਹੜਾ ਚਿੱਤਰਨ ਕਰਦੇ ਆ ਵੀ ਉਹ ਉੱਥੇ ਜੀ ਫਿਰ ਵੱਡੇ ਵੱਡੇ ਕੜਾਹੇ ਜਿਹੜੇ ਆ ਵੀ ਉਹ 'ਚ ਤੇਲ ਐਂ ਵੀ ਉਬਲ ਰਿਹਾ ਆ ਅਤੇ ਉਹਦੇ ਵਿੱਚ ਤੁਹਾਨੂੰ ਡੋਬੇ ਲਾਉਣੇ ਆ ਅਤੇ ਐਂ ਕਰਨਾ ਅਤੇ ਉਹ ਕਰਨਾ। ਹਰ ਤਰ੍ਹਾਂ ਦਾ ਜਿਹੜਾ ਨਾ ਵੀ ਸਾਡੀ ਜਿਹੜੀ ਸੋਚ ਆ ਉਹ ਜਿੱਦਾਂ ਦਾ ਵੀ ਕਹਿ ਲਓ ਵੀ ਟੌਰਚਰ ਇਮੈਜਿਨ ਕਰ ਸਕਦੀ ਆ। ਬਿਲਕੁਲ। ਉਹ ਫਿਰ ਉਹ ਕਹਿੰਦੇ ਵੀ ਨਰਕਾਂ ਦੇ ਵਿੱਚ ਤੁਹਾਡੇ ਨਾਲ ਉਹ ਹੋਣਾ, ਉਹ ਡਰ ਤੁਹਾਡੇ ਲਾ ਕੇ ਅਤੇ ਫਿਰ ਉਹ ਕਹਿੰਦੇ ਆ ਵੀ ਤਾਂ ਕਰਕੇ ਤੁਸੀਂ ਇੱਦਾਂ ਨਾ ਕਰੋ। ਜਦ ਕਿ ਸਿੱਖ ਧਰਮ ਦੇ ਵਿੱਚ ਕਲੀਅਰਲੀ ਇਹ ਆ ਭਈ ਜਿਹੜਾ ਤੁਸੀਂ ਬੀਜੋਗੇ ਬਿਲਕੁਲ ਉਹਦਾ ਫਲ ਤੁਹਾਨੂੰ ਕੱਟਣਾ ਪੈਣਾ। ਬਿਲਕੁਲ। ਅਤੇ ਉਹ ਜਿਹੜਾ ਫਲ ਆ ਉਹ ਕਹਿੰਦੇ ਵੀ ਉਹ ਇਸੇ ਜੀਵਨ ਦੇ ਵਿੱਚ ਹੀ ਮਿਲਣਾ ਆ। ਇਹ ਨਹੀਂ ਕਹਿੰਦੇ ਵੀ ਇਹ ਵੀ ਅਗਲੇ ਜੀਵਨ ਵਿੱਚ ਮਿਲੂਗਾ, ਜਨਮ 'ਚ ਮਿਲੂਗਾ, ਜਾਂ ਆਖੇ ਵੀ ਮੌਤ ਤੋਂ ਬਾਅਦ ਨਰਕਾਂ 'ਚ ਜਾਊਂਗੇ ਫਿਰ ਮਿਲੂਗਾ। ਬਿਲਕੁਲ। ਉਹ ਕਹਿੰਦੇ ਵੀ ਜੋ ਫਲ ਆ ਭਾਵੇਂ ਉਹ ਚੰਗਾ ਆ ਭਾਵੇਂ ਮਾੜਾ ਆ, ਬਿਲਕੁਲ ਉਹ ਇੱਥੇ ਹੀ ਤੁਸੀਂ ਭੋਗ ਕੇ ਜਾਣਾ। ਬਿਲਕੁਲ। ਸੋ ਇਸ ਕਰਕੇ ਵੀ ਉਹ ਕਹਿੰਦੇ ਵੀ ਸਿਆਣਪ ਵਰਤੋ। ਜੇ ਤੁਸੀਂ ਚੰਗਾ ਭੋਗਣਾ ਚਾਹੁੰਦੇ ਆ ਤਾਂ ਚੰਗੇ ਕਰਮ ਕਰੋ। ਬਿਲਕੁਲ ਜੀ। ਅਤੇ ਜੇ ਤੁਸੀਂ ਮਾੜਾ ਭੋਗਣਾ ਆ ਭਾਵੇਂ ਤੁਸੀਂ ਆਪ ਸੋਚੋ ਵੀ ਨਾ, ਪਰ ਜੇ ਤੁਹਾਡੇ ਨਾਲ ਮਾੜਾ ਹੋ ਰਿਹਾ ਆ ਤਾਂ ਤੁਹਾਨੂੰ ਉਸ ਪਾਸੇ ਨੂੰ ਦੇਖਣਾ ਪੈਣਾ ਆ ਵੀ ਕਿਹੜੇ ਕਰਮ ਵੀ ਭਾਵੇਂ ਤੁਹਾਡੇ ਭਾਵੇਂ ਦੂਜਿਆਂ ਦੇ ਵੀ ਜਿਹਦੇ ਕਰਕੇ ਵੀ ਤੁਹਾਡੇ ਨਾਲ ਮਾੜਾ ਜਿਹੜਾ ਆ ਵੀ ਉਹ ਹੋਇਆ ਹੈ। ਬਿਲਕੁਲ। ਅਤੇ ਜਦੋਂ ਦੂਜਿਆਂ ਦੇ ਮਾੜੇ ਕਰਮ ਜਿਹੜੇ ਆ ਵੀ ਉਹਨਾਂ ਦਾ ਜਿਹੜਾ ਸੇਕ ਆ ਉਹ ਤੁਹਾਡੇ ਤੱਕ ਪਹੁੰਚਦਾ ਆ। ਬਿਲਕੁਲ। ਫਿਰ ਤੁਸੀਂ ਸਮਾਜ ਜਿਹੜਾ ਆ ਉਹ ਸਾਰੇ ਨੂੰ ਸੁਧਾਰਨੇ ਦੀ ਜਿਹੜੀ ਵਿਚਾਰ ਆ ਵੀ ਉਹ ਦਿਮਾਗ 'ਚ ਰੱਖਦੇ। ਨਹੀਂ ਤਾਂ ਤੁਹਾਨੂੰ ਕੀ ਲੋੜ ਆ ਵੀ ਸਾਰੇ ਸਮਾਜ ਨੂੰ ਸੁਧਾਰਨੇ ਦੀ। ਬਿਲਕੁਲ।
ਕਿਉਂਕਿ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਮਾਜ ਦੇ ਵਿੱਚ ਇੱਕ ਵੀ ਗੰਦ ਜਿਹੜਾ ਆ ਵੀ ਜੇ ਪਾ ਰਿਹਾ ਉਹਦਾ ਸੇਕ ਤੁਹਾਡੇ ਤੱਕ, ਤੁਹਾਡੇ ਪਰਿਵਾਰ ਤੱਕ ਪਹੁੰਚਣਾ ਜਿਹੜਾ ਆ ਵੀ ਉਹਦੀ ਸੰਭਾਵਨਾ ਵੱਧਦੀ ਰਹਿੰਦੀ ਹੈ ਜੇ ਤੁਸੀਂ ਉਹਨੂੰ ਐਡਰੈਸ ਨਹੀਂ ਕਰਦੇ। ਤਾਂ ਕਰਕੇ ਵੀ ਸਰਬੱਤ ਦਾ ਭਲਾ ਜਿਹੜਾ ਆ ਵੀ ਉਹ ਸਿੱਖੀ ਦੀ ਜਾਂ ਸਿੱਖ ਧਰਮ ਦੀ ਜਿਹੜੀ ਆ ਇੱਕ ਬੁਨਿਆਦੀ ਇੱਟ ਆ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਜ਼ਰੂਰ ਦਿਮਾਗ ਦੇ ਵਿੱਚ ਇਹ ਰੱਖਣੀਆਂ ਪੈਣੀਆਂ। ਤੇ ਦੂਜੀ ਜਿਹੜੀ ਗੱਲ ਹੈਗੀ ਨਾ ਵੀ ਜਦੋਂ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਆਰਕੀਓਲੋਜੀਕਲ ਨਜ਼ਰੀਏ ਤੋਂ ਵੇਖਦੇ ਹਾਂ ਵੀ ਪੁਰਾਣਾ ਜਿਹੜਾ ਹੈਗਾ ਵੀ ਸਾਰਾ ਸਿਸਟਮ ਭਈ ਜੋ ਸਾਨੂੰ ਦੱਸਦਾ ਆ ਵੀ ਜਿਹੜੀ ਮਨੁੱਖਤਾ ਆ ਉਹ ਕਿਹੜੀਆਂ ਸਟੇਜਾਂ ਦੇ ਵਿੱਚੋਂ ਨਿਕਲ ਕੇ ਤੇ ਅੱਜ ਇੱਥੇ ਪਹੁੰਚੀ ਹੈ। ਤੇ ਉਹ ਆਰਕੀਓਲੋਜੀਕਲ ਹੁੰਦਾ ਆ ਵੀ ਜਿਹੜੀ ਪੁਰਾਣੇ ਨਿਸ਼ਾਨ ਵੇਖਦੇ ਨੇ। ਐਂਥਰੋਪੋਲੋਜੀਕਲ ਹੈਗਾ ਆ ਵੀ ਜੋ ਅੱਜ ਸਮਾਜ ਦੀ ਕੋਈ ਬਣਤਰ ਆ ਉਹਨੂੰ ਦੇਖਣਾ ਵੀ ਇਹਦੇ ਆਹ ਹਿੱਸੇ ਜਿਹੜੇ ਆ ਵੀ ਉਹ ਕਿਹੜੀਆਂ ਸਟੇਜਸ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਆ। ਤੇ ਉਹ ਦੋਵੇਂ ਜਦੋਂ ਤੁਸੀਂ ਕੰਬਾਈਨ ਕਰਦੇ ਆ ਨਾ ਉਹਦੇ ਵਿੱਚੋਂ ਇੱਕ ਗੱਲ ਜਿਹੜੀ ਕਲੀਅਰ ਹੁੰਦੀ ਆ ਵੀ ਜਦੋਂ ਤੁਸੀਂ ਅੱਜ ਕੱਲ੍ਹ ਦੀਆਂ ਜਿਹੜੀਆਂ ਟਰਾਈਬਾਂ ਨੇ ਵੀ ਜਿਹੜੇ ਕਬੀਲੇ ਨੇ ਉਹਨਾਂ ਦੀਆਂ ਜਿਹੜੀਆਂ ਮਨੌਤਾਂ ਨੇ ਜਦੋਂ ਤੁਸੀਂ ਉਹਨਾਂ ਨੂੰ ਵੇਖਦੇ ਆ ਤੇ ਉੱਥੋਂ ਇੱਕ ਗੱਲ ਕਲੀਅਰ ਹੋ ਜਾਂਦੀ ਆ ਵੀ ਉਹ ਬੰਦੇ ਜਿਹੜੇ ਅੱਜ ਸਾਇੰਸ ਦੇ ਵਿੱਚ ਕਲੀਅਰ ਨੇ ਕਨਸੈਪਟ ਸੰਕਲਪ ਜਿਹੜੇ ਨੇ ਵੀ ਭਾਈ ਜਿਹੜੀ ਬਿਜਲੀ ਚਮਕਦੀ ਆ ਉਹ ਕਿਉਂ ਚਮਕ ਰਹੀ ਆ, ਜੇ ਹੜ੍ਹ ਆਉਂਦੇ ਆ ਤੇ ਉਹ ਕਿਉਂ ਆਉਂਦੇ ਆ, ਜੇ ਸੋਕਾ ਪੈਂਦਾ ਆ ਤੇ ਕਿਉਂ ਪੈਂਦਾ ਆ, ਉਹ ਸਾਰੀਆਂ ਚੀਜ਼ਾਂ ਸਾਇੰਸ ਦੇ ਵਿੱਚ ਕਲੀਅਰ ਆ ਵੀ ਕਿਉਂ ਹੋ ਰਹੀਆਂ। ਪਰ ਜਿਹੜਾ ਇੱਕ ਕਬੀਲੇਦਾਰ ਆ ਉਹਦੇ ਕੋਲੇ ਕਿਉਂਕਿ ਉਹ ਜਾਣਕਾਰੀ ਹੈ ਨਹੀਂ ਗੀ, ਉਹ ਉਹਨੂੰ ਵੇਖਦਾ ਵੀ ਕੋਈ ਰੱਬ ਦੂਸਰੇ ਜਿਹੜੇ ਦੇਵੀ ਦੇਵਤੇ ਆ ਉਹ ਬੈਠੇ ਹੋਏ ਆ। ਹੁਣ ਉਹ ਫਲਾਨਾ ਦੇਵਤਾ ਜਿਹੜਾ ਆ ਵੀ ਜਾਂ ਦੇਵੀ ਜਿਹੜੀ ਵੀ ਉਹ ਗੁੱਸਾ ਕਰ ਗਈ ਆ, ਇਸ ਕਰਕੇ ਉਹਨੇ ਜਿਹੜੀ ਬਿਜਲੀ ਚਮਕਾਈ ਆ ਉਹ ਐਜ਼ ਵਾਰਨਿੰਗ ਚੇਤਾਵਨੀ ਜਾਂ ਸਜ਼ਾ ਵਜੋਂ ਚਮਕਾਈ ਆ। ਜੇ ਹੜ੍ਹ ਆਏ ਆ ਤੇ ਉਹ ਜਿਹੜਾ ਲੋਕਲ ਕਹਿ ਲਓ ਵੀ ਦੂਸਰਾ ਹੈਗਾ ਆ ਪੁਜਾਰੀ ਵੀ ਉਹ ਜਿਹਨੂੰ ਜੇ ਅੰਗਰੇਜ਼ੀ ਕਹੋ ਤਾਂ ਸ਼ੇਮਨ ਕਹਿੰਦੇ ਆ ਤੇ ਜਾਂ ਹੋਰ ਜਿਹੜੇ ਮਤਲਬ ਕਬੀਲਿਆਂ ਦੇ ਆਪਣੇ ਆਪਣੇ ਹਰੇਕ ਕਬੀਲੇ ਦੇ ਆਪਣਾ ਸਿਸਟਮ ਆ ਵੀ ਜਿਹਦੇ ਵਿੱਚ ਇੱਕ ਦੂਸਰਾ ਰੂਲਰ ਹੁੰਦਾ ਸ਼ਾਸਕ, ਇੱਕ ਉਹਦਾ ਧਾਰਮਿਕ ਜਿਹੜਾ ਆ ਵੀ ਉਹ ਸਲਾਹਕਾਰ ਹੁੰਦਾ ਆ ਤੇ ਬਾਕੀ ਜਿਹੜੇ ਆ ਭਾਈ ਵੀ ਉਹ ਸਾਰੇ ਜਿਹੜੇ ਆ ਵੀ ਉਹ ਉੱਦਾਂ ਰਿਆਇਆ ਹੁੰਦੀ ਆ। ਉਹ ਜਿਹੜਾ ਸਾਰਾ ਦੂਸਰਾ ਪੁਜਾਰੀ ਆ ਉਹਨੇ ਇਹ ਕਹਿਣਾ ਵੀ ਕਿਉਂਕਿ ਉਹ ਤੋਂ ਐਕਸਪੈਕਟਡ ਆ ਵੀ ਇਹਨੂੰ ਪਤਾ ਆ ਵੀ ਆਹ ਕਿਉਂ ਹੋ ਰਿਹਾ। ਹੁਣ ਉਹਦੀ ਜਾਨ ਜਿਹੜੀ ਆ ਵੀ ਉਹ ਕੜਕੀ 'ਚ ਫਸੀ ਹੁੰਦੀ ਆ ਵੀ ਇਹ ਵੀ ਜੇ ਹੁਣ ਹੜ੍ਹ ਆ ਗਿਆ ਉਹਨੇ ਜਸਟੀਫਾਈ ਕਿੱਦਾਂ ਕਰਨਾ ਕਿਉਂਕਿ ਸਾਰਿਆਂ ਨੂੰ ਨੁਕਸਾਨ ਹੋ ਗਿਆ। ਉਹ ਫਿਰ ਉਹ ਇੱਦਾਂ ਕਹਾਣੀ ਬਣਾਉਂਦਾ ਵੀ ਉਹ ਫਲਾਨਾ ਜਿਹੜਾ ਹੈਗਾ ਆ ਵੀ ਉਹਨੇ ਐਂ ਕਰ ਦਿੱਤਾ ਤੇ ਤਾਂ ਕਰਕੇ ਭਈ ਜਿਹੜਾ ਕੋਈ ਫਲਾਨਾ ਦੇਵਤਾ ਸੀਗਾ ਵੀ ਉਹਨੇ ਗੁੱਸੇ ਹੋ ਕੇ ਤੇ ਸਜ਼ਾ ਵਜੋਂ ਹੜ੍ਹ ਭੇਜ ਦਿੱਤਾ। ਹੁਣ ਉਹਦੀ ਉਦਾਹਰਨ ਇੱਕ ਹੋਰ ਲੈ ਲਓ ਵੀ ਜਿਹੜੀ ਬਾਈਬਲ ਆ ਉਹਦੇ ਦੋ ਹਿੱਸੇ ਨੇ ਵੀ ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ। ਜਿਹੜੀ ਓਲਡ ਟੈਸਟਾਮੈਂਟ ਆ ਉਹ ਕ੍ਰਾਈਸਟ ਤੋਂ ਪਹਿਲਾਂ ਦੀ ਆ ਤੇ ਜਿਹੜੀ ਨਿਊ ਟੈਸਟਾਮੈਂਟ ਆ ਉਹ ਜਦੋਂ ਕ੍ਰਾਈਸਟ ਦਾ ਜਨਮ ਹੁੰਦਾ ਆ ਤੇ ਉਹ ਤੋਂ ਬਾਅਦ ਜਿਹੜੀਆਂ ਸਿੱਖਿਆਵਾਂ ਸਾਰੀਆਂ ਉਹ ਉਹਦੇ ਵਿੱਚ ਦਰਜ ਨੇ। ਹੁਣ ਜਿਹੜੀ ਓਲਡ ਟੈਸਟਾਮੈਂਟ ਆ ਉਹਦੇ ਵਿੱਚ ਪ੍ਰੋਫੈਸੀਜ਼ ਨੇ ਭਈ ਦੂਸਰੀਆਂ ਜਿਹਨੂੰ ਕਹਿੰਦੇ ਆ ਆਕਾਸ਼ਬਾਣੀਆਂ ਕਹਿ ਲਓ ਜਾਂ ਦੂਸਰੀਆਂ ਭਵਿੱਖਬਾਣੀਆਂ। ਹੁਣ ਉਹ ਜਿਹੜੀ ਭਵਿੱਖਬਾਣੀ ਆ ਉਹਦੇ ਵਿੱਚ ਭਈ ਪ੍ਰੋਫਿਟਸ ਜਿਹੜੇ ਆ ਉਹ ਜਿਹੜਾ ਆਖਰੀ ਪ੍ਰੋਫਿਟ ਆਉਂਦਾ ਨਾ ਉਹਨੂੰ ਮੇਰਾ ਮਲਾਕੀ ਕਹਿੰਦੇ ਆ ਕਿ ਕੀ ਆ ਉਹਦਾ ਨਾਮ, ਉਹਦੀ ਇੱਕ ਭਵਿੱਖਬਾਣੀ ਜਿਹੜੀ ਹੈ ਨਾ 600 BC ਦੇ ਅਰਾਊਂਡ ਉਹਦੀ ਇੱਕ ਭਵਿੱਖਬਾਣੀ ਆ ਤਕਰੀਬਨ 600 BC ਦੇ ਅਰਾਊਂਡ ਦੀ ਵੀ ਜੇ ਤੁਸੀਂ ਕਹਿ ਲਓ ਵੀ ਅੱਜ 2000 ਸਾਲ ਤੇ 600 ਹੋਰ ਲਾ ਲਓ ਵੀ 2600 ਸਾਲ ਪਹਿਲਾਂ ਉਹ ਕਹਿੰਦਾ ਵੀ ਅਖੇ ਭਈ ਜਿਹੜੇ ਨਾ ਆ ਹੜ੍ਹ ਆ ਰਹੇ ਆ ਸੋਕੇ ਪੈ ਰਹੇ ਆ ਤੇ ਜਿਹੜੀਆਂ ਫਸਲਾਂ ਤਬਾਹ ਹੋ ਰਹੀਆਂ ਉਹ ਇਸ ਕਰਕੇ ਹੋ ਰਹੀਆਂ ਵੀ ਜਿਹੜੇ ਯਹੂਦੀ ਨੇ ਉਹ ਆਪਣਾ ਜਿਹੜਾ ਕਮਾਈ ਦਾ 10ਵਾਂ ਹਿੱਸਾ ਆ ਉਹ ਰੱਬ ਨੂੰ ਭੇਟ ਨਹੀਂ ਕਰ ਰਹੇ ਇਮਾਨਦਾਰੀ ਦੇ ਨਾਲ। ਠੀਕ ਹੈ ਜੀ। ਇਸ ਕਰਕੇ ਵੀ ਜਿਹੜੀ ਆ ਵੀ ਫਸਲਾਂ ਤਬਾਹ ਹੋ ਰਹੀਆਂ, ਇਸ ਕਰਕੇ ਵੀ ਜਿਹੜਾ ਆ ਕਹਿਰ ਵੀ ਉਹ ਟੁੱਟ ਰਹੇ ਆ, ਇੱਕ ਡਰ ਪੈਦਾ ਕਰ ਰਿਹਾ। ਔਰ ਮਤਲਬ ਵੀ ਤੁਸੀਂ ਉਹ ਦੇਖੋ ਵੀ ਅੱਜ ਤੁਹਾਨੂੰ ਹਾਸਾ ਆਊਗਾ ਸੁਣ ਕੇ ਦੇਖ ਕੇ ਭਈ ਅੱਛਾ ਵੀ ਉਹ ਕਹਿ ਰਿਹਾ ਆ ਵੀ ਜੇ ਤੁਸੀਂ ਮੰਦਿਰ ਦੇ ਵਿੱਚ ਭਈ ਜਿਹੜਾ 10ਵਾਂ ਹਿੱਸਾ ਆ ਆਪਣੀ ਕਮਾਈ ਦਾ ਵੀ ਉਹ ਨਹੀਂ ਚੜਾ ਰਹੇ ਤੇ ਰੱਬ ਜਿਹੜਾ ਆ ਉਹ ਤੁਹਾਨੂੰ ਫਿਰ ਸਜ਼ਾ ਦੇ ਰਿਹਾ ਭਈ ਜਾਨੀ ਕਿ ਰੱਬ ਨੇ ਏਦਾਂ ਆ ਵੀ ਜਿੱਦਾਂ ਕਰਿੰਦੇ ਰੱਖੇ ਹੋਏ ਆ ਤੇ ਉਹ ਕਮਾਈ ਦਾ ਆਪਣਾ 10ਵਾਂ ਹਿੱਸਾ ਜਿਹੜਾ ਆ ਵੀ ਉਹ ਰੱਬ ਨੂੰ ਭੇਜ ਰਹੇ ਆ ਤੇ ਇਸ ਕਰਕੇ ਵੀ ਜਦੋਂ ਨਹੀਂ ਪਹੁੰਚਦਾ ਰੱਬ ਨੂੰ ਤੇ ਫਿਰ ਉਹ ਰੱਬ ਜਿਹੜਾ ਆ ਵੀ ਉਹ ਏਦਾਂ ਕਰਦਾ ਵੀ ਸਜ਼ਾ ਦਿੰਦਾ। ਹੁਣ ਜਿਹੜਾ ਰੱਬ ਮਤਲਬ ਸਿੰਪਲ ਜਿਹਾ ਸਵਾਲ ਜਿਹੜਾ ਦਿਮਾਗ ਦੇ ਵਿੱਚ ਆਉਂਦਾ, ਜਿਹੜਾ ਰੱਬ ਹੜ੍ਹ ਭੇਜਣੇ ਦੇ ਕਾਬਲ ਹੋਵੇ, ਸੋਕਾ ਪਾਉਣੇ ਦੇ ਕਾਬਲ ਹੋਵੇ,
ਉਹ ਜਿਹੜੀ ਕਮਾਈ ਇਹਨਾਂ ਦੇ ਥਰੂ ਲੈ ਰਿਹਾ ਆ ਬਿਲਕੁਲ ਉਹ ਉਦਾਂ ਹੀ ਕਿਉਂ ਨਹੀਂ ਲੈ ਲੈਂਦਾ। ਬਿਲਕੁਲ। ਸੋ ਮਤਲਬ ਵੀ ਉੱਥੋਂ ਜਿਹੜੀਆਂ ਹੈਗੀਆਂ ਨਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮੂਰਖਤਾਈ ਭਰੇ ਜਿਹੜੇ ਤਰਕ ਨੇ ਬਿਲਕੁਲ ਵੀ ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ 2600 ਸਾਲ ਪਹਿਲਾਂ ਇਹ ਸਟੇਟਮੈਂਟਾਂ ਜਿਹੜੀਆਂ ਆ ਇਹ ਐਕਸੈਪਟੇਬਲ ਸੀਗੀਆਂ। ਬਿਲਕੁਲ ਨਹੀਂ ਉਹ ਨਹੀਂ ਹੁੰਦਾ। ਫਿਰ ਇੱਕ ਹੋਰ ਇਹਦੇ ਵਿੱਚ ਤਰਕ ਨਿਕਲ ਸਕਦਾ ਹੈ ਕਿ ਉਹ ਰੱਬ ਨੇ ਉਹ ਕਮਾਈ ਦਾ ਕਰਨਾ ਕੀ ਹੈ। ਉਹਨੇ ਕੋਈ ਡਿਪਾਰਟਮੈਂਟ ਬਣਾਇਆ ਹੈ, ਮੂਰੇ EMPLOYE ਰੱਖੇ ਹੈ ਜਿਨ੍ਹਾਂ ਨੂੰ ਉਹਨੇ ਤਨਖਾਹਾਂ ਦੇਣੀਆਂ ਨੇ, ਕਿਉਂਕਿ ਇਹਨਾਂ ਦਾ ਵੀ ਹੈਗਾ ਨਾ ਕ੍ਰਿਸਚੀਅਨਸ ਦਾ ਵੀ ਜਿਹੜੀ ਆਫਟਰ ਲਾਈਫ ਆ ਉਹਦੇ ਵਿੱਚ ਜਿੰਨਾ ਜ਼ਿਆਦਾ ਗੋਲਡ ਲੈ ਕੇ ਜਾਣ, ਜਿੰਨਾ ਜ਼ਿਆਦਾ ਇਹ ਪੁਰਾਣੇ ਸਮਿਆਂ 'ਚ ਰੱਖਦੇ ਹੁੰਦੇ ਸੀ, ਜਿੰਨਾ ਜ਼ਿਆਦਾ ਇਹਨਾਂ ਕੋਲ ਗੋਲਡ ਹੋਵੇ, ਇਹ ਸੋਚਦੇ ਸੀ ਆਫਟਰ ਲਾਈਫ ਉਹ ਸਾਨੂੰ ਕੰਮ ਆਉਣਾ ਆ ਜਦੋਂ ਅਸੀਂ ਉੱਥੇ ਪਹੁੰਚਣਾ ਆ, ਜਿਹਨੂੰ ਇਹ ਕਹਿ ਦਿੰਦੇ ਆ ਧਰਮ ਆਪਣਾ ਸਵਰਗ ਨਹੀਂ, ਉਹ ਗੇਟ ਤੇ ਪਹੁੰਚਦੇ, ਹੁਣ ਮੈਨੂੰ ਨਾਂ ਨਹੀਂ ਚੇਤੇ ਆ ਰਿਹਾ, ਉਹ ਗੇਟ ਤੇ ਪਹੁੰਚ ਕੇ ਉੱਥੇ ਜਿੰਨਾ ਤੁਸੀਂ ਗੋਲਡ ਦੋਗੇ ਤੇ ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਸੁਵਿਧਾਵਾਂ ਦੇਣੀਆਂ ਹੈਗੀਆਂ ਤੇ ਉਹ ਹੈ ਨਾ ਗੇਟ ਤੇ ਜੇ ਤੁਹਾਡੇ ਕੋਲ ਬਿਲਕੁਲ ਕੁਛ ਨਹੀਂ ਹੋਣਾ ਤੁਹਾਨੂੰ ਨਰਕ 'ਚ ਸੁੱਟ ਦੇਣਾ ਹੈ। ਤੁਹਾਡੇ ਕਰਮ ਨਹੀਂ ਦੇਖੇ ਜਾਣੇ, ਤੁਹਾਡੇ ਕੋਲ ਗੋਲਡ ਕਿੰਨਾ ਹੈ ਉਹ ਦੇਖਿਆ ਜਾਣਾ ਹੈਗਾ। ਯਾਨੀ ਕਿ ਇੱਦਾਂ ਦੀ ਇਹਨਾਂ ਦੀ ਕਹਾਣੀਆਂ ਬਣੀਆਂ ਰਾਈਟ। ਪਰ ਹੁਣ ਤੁਸੀਂ ਇਹ ਵਿਚਾਰ ਕੇ ਵੇਖੋ ਭਈ ਸਿੱਖੀ ਦੇ ਵਿੱਚ ਸਵਰਗ ਨਰਕ ਜਿਹੜਾ ਆ ਵੀ ਉਹਦੀ ਕਿਉਂ ਨਹੀਂ ਜਗ੍ਹਾ ਹੈਗੀ। ਬਿਲਕੁਲ ਜੀ, ਇਸੇ ਹੀ ਕਾਰਨ ਇਹ ਵੀ ਕਾਰਨ ਆ। ਪਰ ਤੁਸੀਂ ਇਹ ਵੀ ਵਿਚਾਰੋ ਭਈ ਇੱਕ ਸਿੰਪਲ ਜੀ ਉਦਾਹਰਨ ਆ ਜੀ ਭਈ ਜਦੋਂ ਤੁਸੀਂ ਇਹਨੂੰ ਵਿਚਾਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਭਈ ਸਵਰਗ ਨਰਕ ਜਿਹੜਾ ਆ ਵੀ ਇਹ ਪੋਸੀਬਲ ਹੈ ਹੀ ਨਹੀਂਗਾ। ਔਰ ਉਹਦੇ ਵਿੱਚ ਤੁਸੀਂ ਸਿੰਪਲੀ ਇੱਕ ਕਹਿ ਲਓ ਵੀ ਪਿਓ ਪੁੱਤ ਨੂੰ ਲੈ ਲਓ ਜੀ। ਭਈ ਪਿਓ ਜਿਹੜਾ ਆ ਭਈ ਉਹ ਹੈਗਾ ਆ ਪੂਰਾ ਧਰਮੀ ਜੀ, ਪੁੱਤ ਜਿਹੜਾ ਆ ਵੀ ਉਹ ਧਰਮ ਦੇ ਨੇੜੇ ਤੇੜੇ ਵੀ ਹੈ ਨਹੀਂਗਾ। ਠੀਕ ਆ ਜੀ। ਹੁਣ ਪੁੱਤ ਜੇ ਪਿਓ ਜਿਹੜਾ ਆ ਵੀ ਉਹ ਧਰਮ ਕਰਮ ਕਰਦਾ ਸਾਰਾ, ਇਸ ਕਰਕੇ ਵੀ ਇਸ ਤਰਕ ਦੇ ਆਧਾਰ ਦੇ ਉੱਤੇ ਵੀ ਜਿਹੜਾ ਸਵਰਗ ਨਰਕ ਦਾ ਤਰਕ ਆ ਜੀ, ਉਹਦੇ ਆਧਾਰ ਦੇ ਉੱਤੇ ਪਿਓ ਨੇ ਜਾਣਾ ਆ ਸਵਰਗ ਦੇ ਵਿੱਚ। ਬਿਲਕੁਲ ਠੀਕ ਆ ਜੀ। ਹੁਣ ਜਿਹੜਾ ਪੁੱਤ ਆ ਉਹ ਸੇਮ ਤਰਕ ਦੇ ਆਧਾਰ ਦੇ ਉੱਤੇ ਵੀ ਜਿਹੜੇ ਉਹਦੇ ਕੰਮ ਆ ਉਹਦੇ ਕਰਕੇ ਉਹ ਜਾਊਗਾ ਨਰਕ ਵਿੱਚ ਜੀ ਜੀ। ਹੁਣ ਤੁਸੀਂ ਸਿਰਫ ਪਿਓ ਦੀ ਗੱਲ ਲਓ, ਇੱਕ ਪਿਓ ਸਵਰਗ ਦੇ ਵਿੱਚ ਬੈਠਿਆ ਹੋਇਆ, ਜੇ ਉਹਨੂੰ ਇਹ ਪਤਾ ਆ ਵੀ ਮੇਰਾ ਪੁੱਤ ਨਰਕ ਦੇ ਵਿੱਚ ਅੱਤ ਦਰਜੇ ਦੇ ਤਸੀਹੇ ਜਿਹੜੇ ਆ ਉਹ ਚੱਲ ਰਿਹਾ ਜੀ, ਉਹਦੇ ਲਈ ਸਵਰਗ ਰਹਿ ਜਾਊਗਾ? ਬਿਲਕੁਲ ਨਹੀਂ ਰਹੂਗਾ। ਠੀਕ ਹੈ। ਹੁਣ ਜਿਹੜਾ ਪੁੱਤ ਆ ਉਹ ਕਿਉਂਕਿ ਉਹਦੇ ਕੰਮ ਮਾੜੇ ਆ ਇਸ ਕਰਕੇ ਉਹ ਸਵਰਗ ਵਿੱਚ ਆ ਨਹੀਂ ਸਕਦਾ। ਸੋ ਇਹਦਾ ਮਤਲਬ ਆ ਭਈ ਪੁੱਤ ਦੇ ਨਰਕ ਦੇ ਵਿੱਚ ਹੁੰਦੇ ਆ, ਪਿਓ ਲਈ ਸਵਰਗ ਜਿਹੜਾ ਆ ਉਹ ਵੀ ਨਰਕ ਆ, ਨਰਕ ਦੇ ਬਰਾਬਰ ਆ। ਸੋ ਇਹ ਕਿਵੇਂ ਪੋਸੀਬਲ ਹੈਗਾ? ਬਿਲਕੁਲ ਜੀ ਬਿਲਕੁਲ। ਸੋ ਉਸ ਜਿਹੜਾ ਜਦੋਂ ਤੁਸੀਂ ਮਾੜਾ ਜਿਹਾ ਇਹਨੂੰ ਡੂੰਘਾਈ 'ਚ ਵਿਚਾਰਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਭਈ ਜਿਹੜੇ ਤਰਕ ਦੇ ਆਧਾਰ ਦੇ ਉੱਤੇ ਕਿਸੇ ਨੇ ਇਹ ਸੰਕਲਪ ਜਿਹੜੇ ਘੜੇ ਆ ਜੀ ਆਫਟਰ ਲਾਈਫ ਵਾਲੇ ਉਹ ਸੰਭਵ ਹੈ ਨਹੀਂ ਸਿਰਫ ਇੱਕ ਪਿਓ ਪੁੱਤ ਦੇ ਆਧਾਰ ਦੇ ਉੱਤੇ। ਸਾਰੀ ਕੌਮ ਦਾ ਲੈ ਲਓ, ਸਾਰੀ ਕਹਿ ਲਓ ਮਨੁੱਖਤਾ ਦਾ ਲੈ ਲਓ, ਹੋਰ ਸਭ ਕੁਝ ਲੈ ਲਓ, ਉਹ ਤੇ ਫਿਰ ਕਿਤੇ ਵੀ ਟਿਕਦਾ ਨਹੀਂਗਾ, ਕਿਤੇ ਵੀ ਨਹੀਂ ਟਿਕਦਾ। ਤੇ ਉਹ ਬਲਕਿ ਵੀ ਤੁਸੀਂ ਕਹਿ ਲਓ ਵੀ ਸ਼ੁਰੂ ਤੋਂ ਲੈ ਲਓ ਵੀ ਜਦੋਂ ਤੋਂ ਮਨੁੱਖਤਾ ਜਿਹੜੀ ਆ ਵੀ ਉਹ ਬਣੀ ਆ ਤੇ ਹੁਣ ਤੱਕ ਦਾ ਜੇ ਤੁਸੀਂ ਏਦਾਂ ਵੀ ਸੋਚਣ ਲੱਪੋ ਤੇ ਉਹ ਪੋਸੀਬਲ ਹੀ ਨਹੀਂ ਰਹਿੰਦਾ ਸਵਰਗ ਤੇ ਨਰਕ। ਸਹੀ ਰਹਿ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਵਿਚਾਰਨੇ ਦੀ ਲੋੜ ਹੁੰਦੀ ਆ ਤੇ ਉਹਦੇ ਕਰਕੇ ਫਿਰ ਜਿਹੜੀ ਧਰਮ ਦੀ ਲੋੜ ਦੀ ਆਪਾਂ ਗੱਲ ਕਰਦੇ ਹਾਂ ਭਈ ਧਰਮ ਦੀ ਲੋੜ ਹੈਗੀ ਆ। ਸਵਰਗ ਨਰਕ ਦੀ ਲੋੜ ਜਿਹੜੀ ਆ ਉਹ ਵੀ ਕਿਸੇ ਟਾਈਮ ਦੇ ਉੱਤੇ ਸੀਗੀ ਜਦੋਂ ਅਗਲੇ ਇਹ ਚਾਹੁੰਦੇ ਸੀਗੇ ਭਈ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜਾ ਸਿਸਟਮ ਘੜਿਆ ਗਿਆ ਜੀ ਭਈ ਉਹਨੂੰ ਜਦੋਂ ਕੋਈ ਨਜ਼ਰਅੰਦਾਜ਼ ਕਰ ਰਿਹਾ ਸੀਗਾ ਉਹਦੇ ਸਿਰ ਦੇ ਉੱਤੇ ਡੰਡਾ ਲਮਕਾਉਣੇ ਲਈ ਵੀ ਸਵਰਗ ਤੇ ਨਰਕ ਦਾ ਜਿਹੜਾ ਸੰਕਲਪ ਆ ਵੀ ਉਹ ਘੜਿਆ ਗਿਆ ਭਈ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਫੇਰ ਤੂੰ ਨਰਕਾਂ 'ਚ ਜਾਏਗਾ। ਔਰ ਇਹ ਸੰਕਲਪ ਜਿਹੜਾ ਆ ਵੀ ਇਹਦੀ ਸਭ ਤੋਂ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਅਸਰਦਾਰ ਜਾਂ ਇਫੈਕਟਿਵ ਜਿਹੜੀ ਵਰਤੋਂ ਆ ਉਹ ਹੈਗੀ ਆ ਜਾਤ ਪਾਤ ਦਾ ਜਿਹੜਾ ਸਿਸਟਮ ਆ ਉਹਦੇ ਵਿੱਚ ਜੀ। ਭਈ ਜਦੋਂ ਬਾਹਮਣ ਕਹਿੰਦਾ ਆ ਭਈ ਜਿਹਨੂੰ ਉਹ ਨੀਵੀਂ ਜਾਤ ਦਾ ਕਹਿ ਰਿਹਾ ਜੀ, ਉਹਨੂੰ ਕਹਿੰਦਾ ਵੀ ਤੂੰ ਨੀਵੀਂ ਜਾਤ ਦੇ ਵਿੱਚ ਤਾਂ ਕਰਕੇ ਆ ਵੀ ਕਿਉਂਕਿ ਤੇਰੇ ਪਿਛਲੇ ਜਿਹੜੇ ਜਨਮ ਦੇ ਕਰਮ ਸੀਗੇ ਵੀ ਉਹ ਮਾੜੇ ਹੀ, ਉਹਦੀ ਸਜ਼ਾ ਵਜੋਂ ਤੈਨੂੰ ਰੱਬ ਨੇ ਨੀਵੀਂ ਜਾਤ ਦੇ ਵਿੱਚ ਪਾ ਦਿੱਤਾ। ਹੁਣ ਤੇਰੇ ਲਈ ਬੈਸਟ ਤਰੀਕਾ ਜਿਹੜਾ ਆ ਉਹ ਇਹ ਆ ਵੀ ਤੂੰ ਇਹਦੇ ਵਿੱਚ ਜਿਹੜੀ ਨੀਵੀਂ ਜਾਤ ਦੇ ਵਿੱਚ ਤੈਨੂੰ ਜੰਮਿਆ ਆ ਜੀ ਉਹਦੇ ਜਿਹੜੇ ਸਾਰੀਆਂ ਡਿਊਟੀਆਂ ਨੇ ਵੀ ਉਹ ਤੂੰ ਕਰੀ ਚੱਲ ਸਿਰ ਸੁੱਟ ਕੇ, ਕੋਈ ਸਵਾਲ ਨਾ ਕਰੀ, ਕੁਛ ਨਾ ਕਰੀ। ਔਰ ਉਹਦੇ ਨਤੀਜੇ ਵਜੋਂ ਨਾ ਫੇਰ ਤੈਨੂੰ ਅਗਲਾ ਜਨਮ ਜਿਹੜਾ ਆ ਵੀ ਉਹ ਉੱਚੀ ਜਾਤ ਦੇ ਵਿੱਚ ਮਿਲ ਜਾਣਾ। ਔਰ ਉਹਦੀ ਜਿਹੜੀ ਜੇ ਤੁਸੀਂ ਉਦਾਹਰਨ ਵੇਖਣੀ ਹੋਵੇ ਭਗਤ ਰਵਿਦਾਸ ਜੀ ਨੂੰ ਭਈ ਇਹ ਕਿਹਾ ਜਾਂਦਾ ਵੀ ਬਾਹਮਣ ਦੀ ਜਿਹੜੀ ਘੜੀ ਹੋਈ ਕਹਾਣੀ ਆ ਵੀ ਉਹ ਪਿਛਲੇ ਜਨਮ ਦੇ ਵਿੱਚ ਬਾਹਮਣ ਹੀ
ਪਰ ਉਹਨਾਂ ਤੋਂ ਕੋਈ ਗਲਤੀ ਹੋ ਗਈ ਜਿਹਦੇ ਕਰਕੇ ਉਹ ਇਸ ਜਨਮ ਦੇ ਵਿੱਚ ਵੀ ਜਦੋਂ ਭਗਤ ਰਵਿਦਾਸ ਜੀ ਬਣੇ ਆ ਵੀ ਉਹ ਫਿਰ ਨੀਵੀਂ ਜਾਤ ਦੇ ਵਿੱਚ ਜੰਮੇ। ਉਹ ਤੋਂ ਬਾਅਦ ਦੇਖੇ ਵੀ ਜੀ ਉਹ ਦੁਬਾਰਾ ਫੇਰ ਰਖੇ ਵੀ ਚੰਗੇ ਕਰਮਾਂ ਕਰਕੇ ਵੀ ਉੱਚੀ ਜਾਤ ਦੇ ਵਿੱਚ ਚੱਲ ਗਏ। ਹੁਣ ਉਹ ਸਾਰਾ ਜਿਹੜਾ ਆ ਵੀ ਉਹ ਇੱਕ ਤਰ੍ਹਾਂ ਨਾਲ ਵੀ ਅਨਕੁਐਸਚਨਿੰਗ ਜਿਹੜੀ ਐਕਸੈਪਟੈਂਸ ਆ ਭਈ ਬਿਨਾਂ ਸਵਾਲ ਕੀਤਿਆਂ ਭਈ ਇਹ ਸਾਰਾ ਕੁਝ ਜਿਹੜਾ ਆ ਵੀ ਇਹਨੂੰ ਮੰਨ ਲਵੇ ਵੀ ਜਿਨ੍ਹਾਂ ਨੂੰ ਉਹ ਨੀਵੀਂ ਜਾਤ ਵਜੋਂ ਦੁਤਕਾਰ ਰਿਹਾ ਹੈ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਉਹਨੇ ਆਹ ਕਹਾਣੀ ਘੜੀ ਵੀ ਜਿਹੜੇ ਬਹੁਤੇ ਜਿਹੜੇ ਆ ਉਹ ਮੰਨ ਲੈਂਦੇ ਇਸ ਆਸ ਦੇ ਵਿੱਚ ਵੀ ਜੇ ਮੈਂ ਐਤਕੀ ਸਾਰੇ ਜਿਹੜੇ ਆ ਕਸ਼ਟ ਝੱਲ ਲਏ ਤੇ ਅਗਲਾ ਜਨਮ ਜਿਹੜਾ ਮੇਰਾ ਆ ਉੱਚੀ ਜਾਤ ਛੋੜਨਾ। ਨਾ ਕਿਸੇ ਨੇ ਪਿਛਲਾ ਜਨਮ ਵੇਖਿਆ, ਨਾ ਕਿਸੇ ਨੇ ਅਗਲਾ ਜਨਮ ਵੇਖਣਾ, ਪਰ ਉਹਦੀ ਕਹਾਣੀ ਜਿਹੜੀ ਆ ਉਹ ਇਸ ਹਿਸਾਬ ਨਾਲ ਮਾਨਸਿਕ ਤੌਰ ਦੇ ਉੱਤੇ ਇਫੈਕਟਿਵ ਆ ਭਈ ਤੁਹਾਡੇ ਕੋਲੇ ਤੋੜ ਹੈ ਨਹੀਂ। ਕਿਉਂਕਿ ਉਹੀ ਗੱਲ ਆ ਜਾਂਦੀ ਨਾ ਭਾਈ, ਜਿਹੜੀ ਮਾਨਸਿਕ ਦਿਮਾਗ ਦੇ ਵਿੱਚ ਇੰਨੇ ਸਾਲਾਂ ਤੋਂ ਰਿਪੀਟ ਕੀਤੀ ਜਾ ਰਹੀ ਹੈ, ਮਤਲਬ ਹਜ਼ਾਰਾਂ ਸਾਲਾਂ ਤੋਂ ਉਹ ਕਹਾਣੀ ਤੁਹਾਡੇ ਦਿਮਾਗ 'ਚ ਪਾਈ ਜਾ ਰਹੀ ਹੈ, ਡਰ ਇੱਕ ਪਾਇਆ ਜਾ ਰਿਹਾ ਹੈ, ਉਹ ਇੰਨਾ ਸੌਖਾ ਨਹੀਂ ਹੁੰਦਾ। ਤਦੀ ਗੁਰੂ ਸਾਹਿਬ ਨੂੰ ਇੰਨਾ ਸਮਾਂ ਲੱਗ ਗਿਆ ਉਹ ਸਾਰੇ ਨੂੰ ਤੋੜਨ ਨੂੰ। ਇਹ ਜਿਹੜਾ ਜਾਲ ਬਾਹਮਣ ਦਾ ਬੁਣਿਆ ਸੀਗਾ ਹੈ ਨਾ ਜੀ, ਉਹ ਸਾਰੇ ਜਾਲ ਨੂੰ ਤੋੜਨ ਲਈ ਗੁਰੂ ਸਾਹਿਬ ਨੂੰ ਤਦੀ ਇੰਨਾ ਸਮਾਂ ਲੱਗ ਗਿਆ, ਕਿਉਂਕਿ ਮਾਨਸਿਕ ਦਿਮਾਗ ਦੀ ਖੇਡ ਸੀਗੀ ਮਾਨਸਿਕ ਤੌਰ ਦੇ ਉੱਤੇ। ਜਦੋਂ ਭਗਤ ਰਵਿਦਾਸ ਜੀ ਦੀ ਵੀ ਗੱਲ ਕਰਦੇ ਆ, ਉਹ ਤਦੀ ਨਾ ਜਿਹੜਾ ਮਤਲਬ ਰਵਿਦਾਸ ਬਰਾਦਰੀ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਮਨਾਂ 'ਚ ਵੀ ਡਰ ਪਾਉਣ ਲਈ ਉਹਨਾਂ ਦਾ ਲੀਡਰ ਚੱਕ ਲਿੱਤਾ ਗਿਆ। ਇੱਦਾਂ ਹੀ ਹੁੰਦਾ ਆ ਹਰ ਸਮਾਜ 'ਚ, ਤੁਸੀਂ ਦੇਖ ਲਵੋ। ਉਹਨਾਂ ਨੂੰ ਉਸ ਹਿਸਾਬ ਨਾਲ ਕਹਾਣੀ ਉਹਨਾਂ ਦੇ ਲੀਡਰ ਦੇ ਨਾਲ ਜੋੜ ਦਿੱਤੀ ਕਿ ਭਾਈ, ਕਿਉਂਕਿ ਸਾਰਿਆਂ ਦੀ ਸ਼ਰਧਾ ਹੈਗੀ ਆ ਭਗਤ ਰਵਿਦਾਸ ਜੀ ਦੇ ਵਿੱਚ, ਤੇ ਜਦੋਂ ਤੁਸੀਂ ਉਹਨਾਂ ਦੇ ਨਾਲ ਜੋੜਦੀ ਤਾਂ ਸਾਰਿਆਂ ਨੇ ਓਬਵੀਅਸਲੀ ਉਹ ਚੀਜ਼ ਫੋਲੋ ਕਰ ਲੈਣੀ, ਉਹ ਰਾਹ ਫੋਲੋ ਕਰ ਲੈਣਾ ਹੈਗਾ। ਇਹ ਵੀ ਇੱਕ ਬਾਹਮਣ ਦੀ ਆਪਣੀ ਚਲਾਕੀ ਸੀਗੀ ਆਪਣਾ ਧੰਦਾ ਚਲਾਉਣ ਖਾਤਰ। ਬਿਲਕੁਲ, ਤੇ ਉਹ ਗੱਲ ਬਿਲਕੁਲ ਠੀਕ ਹੈ ਭਾਈ, ਕਿਉਂਕਿ ਧਰਮ ਦੀ ਲੋੜ ਤਾਂ ਸਮਾਜ ਨੂੰ ਹੈਗੀ ਹੈ, ਲੇਕਿਨ ਇਹੋ ਜਿਹੇ ਧਰਮ ਦੀ ਲੋੜ ਨਹੀਂ ਹੈਗੀ ਜਿਹੋ ਜਿਹਾ ਧਰਮ ਅੱਜ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੈਗੇ। ਜਿਹੜਾ ਇੱਕ ਪਿਛਲੇ ਪ੍ਰੋਗਰਾਮ 'ਚ ਵੀ ਆਪ ਜੀ ਨੇ ਜ਼ਿਕਰ ਕੀਤਾ ਸੀ ਕਿ ਇੱਕ ਠੱਗ ਧਰਮ ਬਣ ਕੇ ਰਹਿ ਗਿਆ ਹੈ, ਠੱਗਾ ਦਾ ਧਰਮ ਬਣ ਕੇ ਰਹਿ ਗਿਆ ਹੈ। ਸਿਰਫ ਤੁਸੀਂ ਜਿਹੜਾ ਗਰੀਬ ਬੰਦਾ ਹੈ ਉਹਨੂੰ ਲੁੱਟ ਕੇ, ਉਹਦੇ ਦਿਮਾਗ ਦੇ ਉੱਤੇ ਤੁਸੀਂ ਅਟੈਕ ਕਰਕੇ ਉਹਨੂੰ ਨਰਕ ਸਵਰਗ ਦਾ ਡਰ ਜਾਂ ਲਾਲਚ ਦੇ ਕੇ ਆਪਣੀ ਤੁਸੀਂ ਜੇਬਾਂ ਭਰ ਰਹੇ ਆ। ਉਹੋ ਜਿਹੇ ਧਰਮ ਦੀ ਸਮਾਜ ਨੂੰ ਲੋੜ ਨਹੀਂ ਹੈਗੀ। ਤਦੀ ਤੇ ਭਾਜੀ ਫਿਰ ਜਿਹੜੇ ਕਾਮਰੇਡ ਲੋਕ ਨੇ ਜਾਂ ਨਾਸਤਕ ਲੋਕ ਨੇ, ਉਹਨਾਂ ਨੂੰ ਨਾ ਮੈਂ ਪਿੱਛੇ ਜੇ ਇੱਕ ਸੁਣਦਾ ਵੀ ਸੀਗਾ, ਉਹ ਕਹਿੰਦਾ ਕਿ ਜੇ ਤੁਸੀਂ ਦੁਨੀਆ ਨੂੰ ਖੁਸ਼ਹਾਲ ਕਰਨਾ ਆ ਤੇ ਤੁਸੀਂ ਇੱਕ ਲਾਈਨ 'ਚ ਦੱਸੋ ਕਿ ਕੀ ਹੋਣਾ ਚਾਹੀਦਾ ਕਿ ਤੁਸੀਂ ਸਾਰੀ ਦੁਨੀਆ ਨੂੰ ਖੁਸ਼ਹਾਲ ਕਰ ਦਿਓ। ਤਾਂ ਉਹਦੇ ਮੂਹਰੇ ਜਵਾਬ ਹੈ ਕਿ ਦੁਨੀਆ ਦੇ ਸਾਰੇ ਧਰਮ ਕਹਿੰਦਾ ਖਤਮ ਕਰ ਦਿਓ, ਦੁਨੀਆ ਆਪੇ ਖੁਸ਼ਹਾਲ ਹੋ ਜਾਏਗੀ। ਹੁਣ ਉਹ ਪਤਾ ਨਹੀਂ ਉਹਦਾ ਪੁਆਇੰਟ ਆਫ ਵਿਊ ਕਿਹੜੇ ਧਰਮ ਨੂੰ ਦੇਖ ਕੇ ਉਹਨੇ ਆਪਣਾ ਪੁਆਇੰਟ ਆਫ ਵਿਊ ਬਣਾਇਆ, ਜਾਂ ਉਹਨੇ ਕੀ ਸੋਚਿਆ, ਕਿਹੜੇ ਧਰਮ ਬਾਰੇ ਉਹ ਗੱਲ ਕਰ ਰਿਹਾ ਸੀਗਾ। ਤੇ ਇਦਾਂ ਦੇ ਯਾਨੀ ਕਿ ਤੁਸੀਂ ਜਦੋਂ ਸੁਣਨ ਨੂੰ ਤੁਹਾਨੂੰ ਮਿਲਦੀਆਂ ਤੇ ਹਾਸਾ ਵੀ ਆਉਂਦਾ ਆ ਤੇ ਤਰਸ ਵੀ ਆਉਂਦਾ। ਬਿਲਕੁਲ, ਕਿਉਂਕਿ ਉਹਦਾ ਜਵਾਬ ਜਿਹੜਾ ਹੈ ਨਾ ਉਹ ਸਿੱਧਾ ਹੀ ਆ ਵੀ ਜਿਹੜਾ ਸੋਵੀਅਤ ਯੂਨੀਅਨ ਸੀਗਾ 1917 ਦੇ ਵਿੱਚ ਬਣਿਆ ਆ ਤੇ 1987-88 ਦੇ ਵਿੱਚ ਤਬਾਹ ਹੋ ਗਿਆ, ਖਤਮ ਹੋ ਗਿਆ। ਠੀਕ ਹੈ ਜੀ। ਹੁਣ ਉਹਦੇ ਵਿੱਚ ਧਰਮ ਦੀ ਕੋਈ ਜਗ੍ਹਾ ਨਹੀਂ, ਉਹਨੇ ਕਿਹੜੀ ਖੁਸ਼ਹਾਲੀ ਪੈਦਾ ਕੀਤੀ? ਬਿਲਕੁਲ ਸਿੰਪਲ ਜਿਹਾ ਸਵਾਲ ਆ। ਸਹੀ ਗੱਲ ਆ ਭਈ 70 ਸਾਲ ਤੱਕ ਇੱਕ ਬਿਨਾਂ ਧਰਮ ਤੋਂ ਪੂਰੇ ਖਿੱਤੇ ਦੀ ਹੋਂਦ ਰਹੀ ਆ, ਪਰ ਉੱਥੇ ਖੁਸ਼ਹਾਲੀ ਜਿਹੜੀ ਆ ਵੀ ਉਹ ਦੱਸ ਦਿਓ ਵੀ ਜਿਹੜੇ ਲੋਕ ਉਸ ਵੇਲੇ ਸੀਗੇ ਉੱਥੇ, ਬਿਲਕੁਲ ਭਈ ਉਹ ਕਹਿੰਦੇ ਹੁਣ ਵੀ ਹਾਂਜੀ ਅਸੀਂ ਬਹੁਤ ਖੁਸ਼ਹਾਲ ਹਾਂ, ਅਸੀਂ ਬਹੁਤ ਖੁਸ਼ ਹਾਂ ਸਾਰੇ ਪਾਸੇ। ਹੁਣ ਉਹ ਸਾਰਾ ਜਿਹੜਾ ਆ ਵੀ ਉਹ ਉੱਦਾਂ ਹੀ ਆ ਭਈ ਜਿੱਦਾਂ ਨਾ ਵੀ ਪੁਜਾਰੀ ਜਿਹੜਾ ਸੀਗਾ ਦੂਸਰਾ ਕਿਸੇ ਕਬੀਲੇ ਦਾ, ਉਹ ਤੁਹਾਡੇ ਤੇ ਡਰ ਪੈਦਾ ਕਰਦਾ ਸੀ ਤੇ ਤੁਹਾਨੂੰ ਸਬਜ਼ ਬਾਗ ਵਿਖਾ ਕੇ ਤੇ ਆਪਣਾ ਜਿਹੜੀ ਹੁਕਮ ਆ ਵੀ ਉਹ ਮਨਵਾਉਂਦਾ ਸੀ ਉਹ ਤੁਹਾਡੇ ਤੋਂ। ਉਹੀ ਕੰਮ ਇਹ ਕਾਮਰੇਡ ਕਰਨ ਦੇ ਨੇ, ਇਹ ਸਬਜ਼ ਬਾਗ ਵਿਖਾ ਕੇ ਤੁਹਾਡੇ ਤੋਂ ਆਪਣੇ ਪੈਰ ਦੇ ਉੱਤੇ ਘਲਾੜੀ ਮਰਵਾ ਰਹੇ ਆ। ਜਿਹੜਾ ਸਿੱਖੀ ਦਾ ਸੰਕਲਪ ਆ ਨਾ, ਉਹਦੇ ਵਿੱਚ ਹਰੇਕ ਚੀਜ਼ ਦੀ ਆਪਣੀ ਜਗ੍ਹਾ ਆ, ਔਰ ਉਹਦੇ ਜਿਹੜੇ ਕਾਰਨ ਨੇ ਉਹਦੀ ਹੋਂਦ ਦੇ, ਉਹ ਵੀ ਸਾਰੇ ਜਿਹੜੇ ਆ ਵੀ ਉਹ ਐਕਸਪਲੇਨ ਹੈ, ਬਿਲਕੁਲ ਐਕਸਪਲੇਨ ਕੀਤੇ ਹੋਏ। ਤੇ ਉਹ ਜੇ ਆਪਾਂ ਦੁਬਾਰਾ ਜਾਈਏ ਨਾ ਉਹਦੇ ਉੱਤੇ ਵੀ ਜਿਹੜਾ ਐਂਥਰੋਪੋਲੋਜੀ ਤੇ ਆਰਕੀਓਲੋਜੀ ਆ ਭਈ ਉਹਦੇ ਵਿੱਚ ਭਈ ਜਦੋਂ ਆਪਾਂ ਵੇਖਦੇ ਆ ਨਾ ਵੀ ਧਰਮ ਹੌਲੀ ਹੌਲੀ ਹੋਂਦ ਦੇ ਵਿੱਚ ਕਿਉਂ ਆਇਆ, ਤੇ ਜੇ ਆਪਾਂ ਦੁਬਾਰਾ ਫਿਰ ਉਸੇ ਦੀ ਉਦਾਹਰਨ ਲਈਏ ਵੀ ਜਿਹੜੀ ਵੀ ਬਿਜਲੀ ਚਮਕਦੀ ਆ ਤੇ ਵੀ ਹੁਣ ਉਹ ਐਕਸਪਲੇਨੇਸ਼ਨ ਜਿਹੜੀ ਆ ਵੀ ਦਿਮਾਗ ਦੇ ਵਿੱਚ ਲਿਆਉਣੀ ਆ ਵੀ ਕਿਉਂ ਚਮਕ ਰਹੀ ਆ। ਤੇ ਉਹਦਾ ਜਿਹੜਾ ਹੈਗਾ ਨਾ ਵੀ ਜਦੋਂ ਤੁਸੀਂ ਦੇਖਦੇ ਆ ਤੇ ਅਸਲ ਦੇ ਵਿੱਚ ਭਈ ਸਾਇੰਸ ਤੇ ਧਰਮ ਮਨੁੱਖਤਾ ਦਾ ਜਿਹੜਾ ਇਤਿਹਾਸ ਆ ਇੱਕ ਪੁਆਇੰਟ ਤੱਕ ਇਕੱਠੇ ਹੀ, ਅੱਡ ਅੱਡ ਨਹੀਂ ਵੀ, ਕਿਉਂਕਿ ਦੋਵੇਂ ਜਿਹੜੇ ਆ ਉਹ ਜਿਹੜਾ ਆਲਾ ਦੁਆਲਾ ਆ ਉਹਦੇ ਵਿੱਚ ਕੀ ਕਿਉਂ ਵਾਪਰ ਰਿਹਾ ਆ ਉਹਨੂੰ ਸਮਝਣੇ ਦੀ ਕੋਸ਼ਿਸ਼ ਸੀ ਜੀ। ਬਿਲਕੁਲ। ਔਰ ਉਹਦੇ ਵਿੱਚ ਤੁਸੀਂ ਤੀਜਾ ਲਾ ਲਓ ਫਲਸਫਾ, ਫਿਲਾਸਫੀ ਜਿਹੜੀ ਆ ਉਹ ਵੀ ਸਵਾਲ ਜਿਹੜਾ ਦਿਮਾਗ 'ਚ ਆਉਂਦਾ ਵੀ ਉਹਨੂੰ ਥਿਓਰੈਟੀਕਲੀ ਜਾਂ ਤਰਕ ਦੇ ਆਧਾਰ ਦੇ ਉੱਤੇ ਸਮਝਣੇ ਦਾ ਡਿਸਿਪਲਿਨ ਹੈ ਵੀ ਵਿਸ਼ਾ ਆ।
ਧਰਮ ਜਿਹੜਾ ਆ ਉਹ ਵੀ ਇਹ ਹੀ ਆ ਵੀ ਆਲੇ ਦੁਆਲੇ ਕਿਉਂ ਵਾਪਰ ਰਿਹਾ ਆ, ਬਿਲਕੁਲ ਉਹਦੇ ਬਾਰੇ ਉਹ ਐਕਸਪਲੇਨੇਸ਼ਨ ਜਿਹੜਾ ਵੀ ਉਹ ਦਿੰਦਾ ਜੀ। ਸਾਇੰਸ ਜਿਹੜੀ ਆ ਉਹ ਵੀ ਇਹ ਹੀ ਕਹਿੰਦੀ ਆ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਹ ਜਿਹੜਾ ਹੈਗਾ ਆ ਵੀ ਇਹ ਕਿਉਂ ਹੋ ਰਿਹਾ, ਕਿਹਨਾਂ ਕਾਰਨਾਂ ਕਰਕੇ ਹੋ ਰਿਹਾ ਤੇ ਕੀ ਸਾਰਾ ਹੈਗਾ। ਸੋ ਇਹ ਤਿੰਨੇ ਜਿਹੜੇ ਡਿਸਪਲਿਨ ਆ ਅੱਜ ਅੱਡ ਨੇ, ਪਰ ਅੱਜ ਤੋਂ ਕਹਿ ਲਓ ਭਈ 300-400 ਸਾਲ ਪਹਿਲਾਂ ਤੱਕ ਜਾਂ ਈਵਨ 1750 ਕੁ ਤੱਕ ਲਓ ਭਈ 1750 ਕੁ ਤੱਕ ਤਿੰਨੇ ਡਿਸਪਲਿਨ ਜਿਹੜੇ ਆ ਇਹ ਇੱਕੋ ਹੀ ਸੀ, ਤਿੰਨ ਅੱਡ ਨਹੀਂ ਸੀਗੇ। ਜਦੋਂ ਸਾਇੰਸ ਨੇ ਬਿਲਕੁਲ ਵਖਰੇਵਾਂ ਕੀਤਾ ਆ ਉਸ ਵੇਲੇ ਫੇਰ ਵੀ ਜਿਹੜਾ ਫਲਸਫਾ ਆ ਉਹਨੇ ਵੀ ਫੇਰ ਭਈ ਇੱਕ ਤਰ੍ਹਾਂ ਨਾਲ ਹੌਲੀ ਹੌਲੀ ਕਰਕੇ ਵਖਰੇਵਾਂ ਕਰ ਲਿਆ ਭਈ ਧਾਰਮਿਕ ਫਿਲਾਸਫੀ ਜਿਹੜੀ ਉਹ ਅੱਡ ਹੋ ਗਈ ਤੇ ਜਿਹੜੀ ਸੈਕੂਲਰ ਫਿਲਾਸਫੀ ਆ ਵੀ ਉਹ ਅੱਡ ਹੋ ਗਈ। ਅਦਰਵਾਈਜ਼ ਪਹਿਲਾਂ ਜਿਹੜਾ ਆ ਵੀ 1750 ਤੋਂ ਪਹਿਲਾਂ ਤਿੰਨੇ ਜਿਹੜੇ ਵਿਸ਼ੇ ਆ ਵੀ ਇੱਕੋ ਹੀ ਵਿਸ਼ਾ ਸੀਗਾ ਸਾਰੀ ਕਾਇਨਾਤ ਨੂੰ ਦੁਨੀਆ ਨੂੰ ਸਮਝਣੇ ਦਾ, ਵੀ ਉਹ ਧਰਮ ਦੇ ਖੇਤਰ ਦੇ ਵਿੱਚ ਹੀ ਆਉਂਦਾ ਹੈ। ਹੁਣ ਉਹਦੇ ਵਿੱਚ ਗਾਂ ਆਪਾਂ ਜੇ ਇਹ ਲੈ ਲਈਏ ਭਈ ਸਿੱਖ ਧਰਮ ਜਿਹੜਾ ਆ ਤੇ ਬਾਕੀ ਦੇ ਧਰਮ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਵਖਰੇਵਾਂ ਇਹ ਹੈਗਾ ਭਈ ਸਿੱਖ ਧਰਮ ਇਹੋ ਜਿਹੀ ਕੋਈ ਸਟੇਟਮੈਂਟ ਨਹੀਂ ਦਿੰਦਾ ਵੀ ਜਿਹਦੇ ਵਿੱਚ ਵੀ ਜਿਹੜੀ ਚੀਜ਼ ਬੁੱਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ, ਉਹਦੇ ਬਾਰੇ ਉੱਦਾਂ ਹੀ ਹਵਾ ਦੇ ਵਿੱਚੋਂ ਹੀ ਸਟੇਟਮੈਂਟ ਕੋਈ ਦੇ ਦੇਵੇ। ਜਦੋਂ ਆਪਾਂ ਮੂਲ ਮੰਤਰ ਵੇਖਦੇ ਹਾਂ ਭਈ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਉਹ ਜਿਹੜੇ ਸੰਕਲਪ ਨੇ ਉਹ ਆਪਣੇ ਆਪ ਦੇ ਵਿੱਚ ਉੱਦਾਂ ਹੀ ਨੇ ਵੀ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਵੀ ਜਿਹੜਾ ਐਟਮ ਆ ਬਿਲਕੁਲ ਅਣੂ, ਉਹਦੀ ਡੈਫੀਨੇਸ਼ਨ ਇਹ ਆ ਭਈ ਛੋਟੇ ਨੂੰ ਅੱਧਾ ਕਰ ਦਿਓ ਇੱਕ ਕਿਸੇ ਚੀਜ਼ ਨੂੰ, ਉਹਦਾ ਅੱਧਾ ਕਰ ਦਿਓ, ਉਹਦਾ ਅੱਧਾ ਕਰ ਦਿਓ, ਅੱਧੇ ਦਾ ਅੱਧਾ ਕਰਦਿਆਂ ਜਦੋਂ ਤੁਸੀਂ ਇੱਕ ਐਸੇ ਪੁਆਇੰਟ ਦੇ ਉੱਤੇ ਪਹੁੰਚ ਜਾਂਦੇ ਆ ਜਿੱਤੋਂ ਗਾਂ ਤੁਸੀਂ ਉਹਦਾ ਅੱਧਾ ਨਹੀਂ ਕਰ ਸਕਦੇ, ਉਹ ਅਣੂ ਆ, ਐਟਮ ਆ। ਸੋ ਹੁਣ ਉਹ ਤਰਕ ਦੇ ਆਧਾਰ ਦੇ ਉੱਤੇ ਬਿਲਕੁਲ ਐਨ ਗੱਲ ਜਿਹੜੀ ਆ ਵੀ ਉਹ ਜੱਜ ਜਾਂਦੀ ਆ ਵੀ ਹਾਂ ਠੀਕ ਆ ਵੀ ਇਹਦੇ ਐਵੀਡੈਂਸ ਦੀ ਲੋੜ ਹੈ ਨਹੀਂ ਗੀ ਭਈ ਅੱਧੇ ਤੋਂ ਅੱਧਾ ਕਰਦਿਆਂ ਇੱਕ ਪੁਆਇੰਟ ਐਸਾ ਆ ਜਾਣਾ ਆ ਵੀ ਜਿੱਥੇ ਤੁਸੀਂ ਉਹਨੂੰ ਹੋਰ ਅੱਧਾ ਨਹੀਂ ਕਰ ਸਕਦੇ। ਉਹ ਜਿਹੜਾ ਸਭ ਤੋਂ ਛੋਟਾ ਹਿੱਸਾ ਆ ਵੀ ਉਹਨੂੰ ਐਜ਼ ਬਿਲਡਿੰਗ ਬਲਾਕ ਭਈ ਐਟਮ ਜਿਹੜਾ ਆ ਵੀ ਉਹਨਾਂ ਨੇ ਲੈ ਲਿਆ। ਹੁਣ ਉਹਦਾ ਐਵੀਡੈਂਸ ਜਿਹੜਾ ਆਪਾਂ ਦੱਸਿਆ ਵੀ ਇਹ ਵੀ 2500 ਸਾਲ ਪਹਿਲਾਂ ਇਹ ਦਿੱਤੀ ਗਈ ਸੀ ਥਿਊਰੀ, ਤੇ ਐਵੀਡੈਂਸ ਜਿਹੜਾ ਆ ਉਹ 100-200 ਸਾਲ ਪਹਿਲਾਂ ਜਿਹੜਾ ਆ ਵੀ ਉਹ ਮਿਲਿਆ ਮਸਾ ਜਾ ਕੇ। ਹੁਣ ਇੱਦਾਂ ਹੀ ਭਈ ਜਿਹੜਾ ਹੈਗਾ ਨਾ ਭਈ ਇਹ ਮੂਲ ਮੰਤਰ ਉਹ ਆਪਣੇ ਆਪ ਦੇ ਵਿੱਚ ਤਰਕ ਦੇ ਆਧਾਰ ਦੇ ਉੱਤੇ ਜਿਹੜਾ ਆ ਵੀ ਉਹ ਜਿਹੜੀਆਂ ਰੱਬ ਨੂੰ ਚਿਤਵਨ ਦਾ ਜਿਹੜਾ ਆ ਵੀ ਉਹ ਗੁਰੂ ਪਾਤਸ਼ਾਹ ਨੇ ਭਈ ਸਾਨੂੰ ਫਰੇਮਵਰਕ ਦੇ ਦਿੱਤਾ ਭਈ ਸਾਰੀ ਹਰੇਕ ਚੀਜ਼ ਨੂੰ ਬਣਾਉਣੇ ਵਾਲਾ ਜਿਹੜਾ ਆ ਵੀ ਉਹ ਕਰਤਾ ਪੁਰਖ ਆ, ਪਰ ਉਹ ਜਿਹੜਾ ਆ ਨਿਰਭਉ ਆ ਨਿਰਵੈਰ ਆ, ਕਿਉਂਕਿ ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਸ ਕਰਕੇ ਭਈ ਜਦੋਂ ਤੁਸੀਂ ਇਹ ਵੇਖਣਾ ਆ ਨਾ ਭਈ ਆਹ ਜਿਹੜੇ ਕੀੜੇ ਨੇ ਰੇਂਗਣੇ ਵਾਲੇ ਵੀ ਇਹ ਘਟੀਆ ਨੇ ਤੇ ਜਿਹੜੇ ਉੱਡਣੇ ਵਾਲੇ ਪੰਛੀ ਨੇ ਇਹ ਵਧੀਆ ਨੇ, ਜਾਂ ਜਿਹੜਾ ਵੱਡਾ ਦੂਸਰਾ ਹੈਗਾ ਆ ਹਾਥੀ ਉਹ ਸੁਪੀਰੀਅਰ ਆ ਤੇ ਜਿਹੜਾ ਛੋਟਾ ਕੁੱਤਾ ਆ ਵੀ ਉਹ ਇਨਫੀਰੀਅਰ ਆ, ਘਟੀਆ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਗੁਰੂ ਪਾਤਸ਼ਾਹ ਨੇ ਨਿਰਭਉ ਤੇ ਨਿਰਵੈਰ ਦੇ ਸੰਕਲਪ ਦੇ ਵਿੱਚ ਖਤਮ ਕਰ ਦਿੱਤੀਆਂ ਵੀ ਜੇ ਤੁਸੀਂ ਇਸ ਹਿਸਾਬ ਨਾਲ ਜਿਹੜੀ ਦੁਨੀਆ ਆ ਔਰ ਉਹਦੇ ਜਿਹੜੇ ਵਸਿੰਦੇ ਨੇ ਵੀ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਮਿਲੂਗੇ, ਫਿਰ ਤੁਸੀਂ ਅਨਿਆਂ ਕਰੋਗੇ, ਫਿਰ ਤੁਸੀਂ ਜਿਹੜੀ ਕਾਇਨਾਤ ਦਾ ਆਪਣਾ ਸਿਸਟਮ ਹੈ ਉਹਨੂੰ ਸਮਝ ਨਹੀਂ ਸਕੋਗੇ। ਫਿਰ ਤੁਸੀਂ ਇਸੇ ਹਿਸਾਬ ਨਾਲ ਹੀ ਦੇਖੋਗੇ ਵੀ ਜਿਹੜਾ ਰਾਜਾ ਜੰਮਿਆ ਆ ਉਹਨੂੰ ਕਿਸੇ ਚੀਜ਼ ਦਾ ਜਿਹੜਾ ਆ ਵੀ ਉਹ ਫਲ ਮਿਲਿਆ ਆ, ਤੇ ਜਿਹੜਾ ਦੂਸਰਾ ਕਿਸੇ ਕਹਿ ਲਓ ਵੀ ਗਰੀਬ ਦੇ ਘਰੇ ਜੰਮ ਗਿਆ ਆ ਉਹਨੂੰ ਸਜ਼ਾ ਮਿਲੀ ਆ। ਜਦ ਕਿ ਅਮੀਰੀ ਤੇ ਗਰੀਬੀ ਜਿਹੜੀ ਆ, ਰਾਜਾ ਹੋਣਾ ਤੇ ਰੰਕ ਹੋਣਾ ਜਿਹੜਾ ਆ ਵੀ ਉਹ ਬੰਦਿਆਂ ਦੀ ਬਣਾਇਆ ਹੋਇਆ ਜਿਹੜਾ ਸਮਾਜ ਆ ਉਹਦਾ ਹਿੱਸਾ ਨਹੀਂ। ਸੋ ਇਸ ਕਰਕੇ ਵੀ ਜਦੋਂ ਉਹਨਾਂ ਨੇ ਨਿਰਭਉ ਤੇ ਨਿਰਵੈਰ ਦਾ ਸੰਕਲਪ ਦੇ ਦਿੱਤਾ ਉਹਦੇ ਵਿੱਚ ਹੀ ਇਹ ਜਿਹੜੀ ਸੀਗੀ ਉਹ ਖਤਮ ਕਰ ਦਿੱਤੀ ਗੱਲ ਵੀ ਦੁਨੀਆ ਨੂੰ ਇਸ ਹਿਸਾਬ ਨਾਲ ਨਾ ਵੇਖਿਓ। ਸੋ ਉਹੀ ਚੀਜ਼ਾਂ ਜਿਹੜੀਆਂ ਆ ਵੀ ਜਦੋਂ ਫਿਰ ਲੱਗਦੀਆਂ ਵੀ ਸਹਿਭੰਗ ਦੇ ਉੱਤੇ ਭਈ ਹਰੇਕ ਚੀਜ਼ ਜਿਹੜੀ ਆ ਉਹ ਦੂਜੀ ਦੇ ਉੱਤੇ ਡਿਪੈਂਡੈਂਟ ਆ ਵੀ ਹੋਂਦ ਜਿਹੜੀ ਆ ਉਹਦੀ ਵੀ ਜਿੱਦਾਂ ਹੁਣ ਵੀ ਆਪਾਂ ਲੈ ਲਈਏ ਵੀ ਜਿਹੜੀ ਜ਼ਿੰਦਗੀ ਆ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਆ ਭਈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਵੀ ਉਹਦੇ ਵਿੱਚ ਇਹ ਹੀ ਆਉਂਦਾ ਭਈ ਜੇ ਤੁਸੀਂ ਲਾਈਫ ਕਹਿੰਦੇ ਆ ਭਈ ਜਿਹੜੇ ਜਾਨ ਜਿਹੜੀ ਆ ਵੀ ਜਾਨ ਜੀਂਦੇ ਜੀ ਜਿਹੜੇ ਨੇ ਭਈ ਜੇ ਤੁਸੀਂ ਉਹ ਵੇਖਣੇ ਆ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਪਾਣੀ ਨੂੰ ਇੱਕ ਜੀਵ ਵਜੋਂ ਐਕਸੈਪਟ ਕਰੋ, ਕਿਉਂਕਿ ਉਹ ਤੋਂ ਬਿਨਾਂ ਜੀਵਨ ਜਿਹੜਾ ਆ ਵੀ ਲਾਈਫ ਜਿਹੜੀ ਸੰਭਵ ਹੀ ਹੈ ਨਹੀਂ ਗੀ, ਪੋਸੀਬਲ ਹੀ ਨਹੀਂ ਗੀ। ਸੋ ਜਦੋਂ ਤੁਸੀਂ ਇਸ ਹਿਸਾਬ ਦੇ ਨਾਲ ਵਿਚਾਰਦੇ ਆ ਤੇ ਫਿਰ ਜਦੋਂ ਸਹਿਭੰਗ ਦਾ ਕਨਸੈਪਟ ਆ ਫਿਰ ਤੁਹਾਨੂੰ ਉਦੋਂ ਸਮਝ ਲੱਗਦਾ ਵੀ ਭਾਈ ਜਦੋਂ ਇਹ ਕਹੋਗੇ ਤੁਸੀਂ ਵੀ ਹਾਂਜੀ ਠੀਕ ਆ ਵੀ ਇੱਦਾਂ ਕਰਕੇ ਵੀ ਅੱਛਾ ਵੀ ਹਵਾ ਪਾਣੀ ਅੱਗ ਤੇ ਖਲਾ ਤੇ
ਜਿਹੜੀ ਹੈਗੀ ਆ ਧਰਤੀ ਵੀ ਇਹ ਰਿਕੁਆਇਰਡ ਨੇ ਵੀ ਕਿਸੇ ਵੀ ਚੀਜ਼ ਨੂੰ ਐਗਜ਼ਿਸਟ ਕਰਨੇ ਲਈ। ਵੀ ਜੇ ਇਹ ਚੀਜ਼ਾਂ ਰੱਬ ਨੇ ਬਣਾਈਆਂ ਨੇ ਤੇ ਫਿਰ ਭਈ ਰੱਬ ਜਿਹੜਾ ਆ ਉਹਨੂੰ ਕਿਹਨੇ ਬਣਾਇਆ, ਤੇ ਜੇ ਰੱਬ ਨੂੰ ਕਿਹਨੇ ਬਣਾਇਆ ਤੇ ਫਿਰ ਜਿਹੜੀਆਂ ਉਹ ਰੱਬ ਐਗਜ਼ਿਸਟ ਕਿੱਦਾਂ ਕਰਦਾ ਸੀ ਹਵਾ ਪਾਣੀ ਉਹ ਤੋਂ ਬਿਨਾਂ। ਸੋ ਜਦੋਂ ਗੁਰੂ ਪਾਤਸ਼ਾਹ ਨੇ ਇਹ ਕਹਿਤਾ ਵੀ ਸਹਿ ਭੰਗ ਵੀ ਉਹ ਰੱਬ ਹੀ ਇਕੱਲਾ ਆ ਵੀ ਜਿਹੜਾ ਆਪਣੇ ਆਪ ਦੇ ਉੱਤੇ ਹੀ ਐਗਜ਼ਿਸਟ ਕਰਦਾ, ਆਪਣੇ ਆਪ ਚੋਂ ਨਿਕਲਿਆ ਤੇ ਉਹਦੀ ਹੋਂਦ ਜਿਹੜੀ ਆ ਉਹ ਆਪਣੇ ਆਪ ਦੇ ਉੱਤੇ ਐਗਜ਼ਿਸਟ ਕਰਦੀ ਹੈ, ਕਿਸੇ ਚੀਜ਼ ਦੇ ਉੱਤੇ ਨਿਰਭਰ ਨਹੀਂ ਗੀ। ਤੇ ਉੱਥੋਂ ਜਿਹੜਾ ਆ ਵੀ ਇਹ ਸਾਰਾ ਜਿਹੜਾ ਸੰਕਲਪ ਆ ਵੀ ਉਹ ਕਲੀਅਰ ਹੋ ਜਾਂਦਾ ਵੀ ਭਾਈ ਵੀ ਜਦੋਂ ਤੁਸੀਂ ਵੇਖਣਾ ਵੀ ਸਾਰੇ ਜਿਹੜੇ ਸਵਾਲ ਦਿਮਾਗ 'ਚ ਆਉਣੇ ਆ ਉਹ ਇਸ ਹਿਸਾਬ ਤੋਂ ਸ਼ੁਰੂ ਹੋਣੇ ਚਾਹੀਦੇ ਆ, ਔਰ ਉਹੋ ਹੀ ਉਸ ਚੀਜ਼ ਨੇ ਜੇ ਤੁਸੀਂ ਇਹਦਾ ਫਾਇਦਾ ਵੇਖਣਾ ਹੈ ਫਿਰ ਉੱਥੇ ਜਾਵਾਂਗੇ ਵੀ ਜਿਹੜਾ ਐਟਮ ਦੀ ਡੈਫੀਨੇਸ਼ਨ ਆ ਜਦੋਂ ਉਹ ਮਿਲ ਗਈ, ਬਿਲਡਿੰਗ ਬਲਾਕ ਇੱਕ ਜਿਹੜਾ ਆ ਵੀ ਤੁਹਾਡੇ ਦਿਮਾਗ ਦੇ ਵਿੱਚ ਕਲੀਅਰ ਹੋ ਗਿਆ, ਫਿਰ ਤੁਹਾਨੂੰ ਆਲਾ ਦੁਆਲਾ ਜਿਹੜਾ ਆ ਉਹ ਵਾਚਣਾ ਤੇ ਉਹਨੂੰ ਐਨਾਲਾਈਜ਼ ਕਰਨਾ ਜਿਹੜਾ ਉਹ ਸੌਖਾ ਹੋ ਗਿਆ। ਔਰ ਉਹਦੇ ਹੀ ਨਤੀਜੇ ਵਜੋਂ ਆ ਵੀ ਅਸੀਂ ਅੱਜ ਜਿਹੜਾ ਆ ਵੀ 2-2.5 ਹਜ਼ਾਰ ਸਾਲ ਦੀ ਜਿਹੜੀ ਪ੍ਰੋਗਰੈਸ ਆ ਵੀ ਵਿਕਾਸ ਜਿਹੜਾ ਆ ਮਨੁੱਖਤਾ ਦੇ ਦਿਮਾਗ ਦਾ ਤੇ ਸਾਇੰਸ ਦਾ ਤੇ ਹੋਰ ਸਾਰਾ ਭਈ ਉਹਦਾ ਅਸੀਂ ਜਿਹੜਾ ਹੈਗਾ ਆ ਆਪਣਾ ਕ੍ਰੈਡਿਟ ਉਹ ਉਸ ਡੈਫੀਨੇਸ਼ਨ ਨੂੰ ਦੇ ਸਕਦੇ ਹਾਂ ਵੀ ਜਿਹੜੀ 2.5 ਸਾਲ ਪਹਿਲਾਂ ਐਵੀਡੈਂਸ ਤੋਂ ਬਿਨਾਂ ਤਰਕ ਦੇ ਆਧਾਰ ਦੇ ਉੱਤੇ ਅਣੂ ਦੀ ਐਟਮ ਦੀ ਦਿੱਤੀ ਗਈ ਸੀ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਉਹ ਧਰਮ ਦੀ ਲੋੜ ਜਿਹੜੀ ਆ ਉਹ ਇਹਨੂੰ ਐਕਸਪਲੇਨ ਕਰਦੀਆਂ ਵੀ ਆਲੇ ਦੁਆਲੇ ਨੂੰ ਸਮਝਣਾ ਤਾਂ ਕਰਕੇ ਜ਼ਰੂਰੀ ਆ ਵੀ ਬਿਨਾਂ ਆਲੇ ਦੁਆਲੇ ਨੂੰ ਸਮਝਿਆ ਅਸੀਂ ਆਲੇ ਦੁਆਲੇ ਦੇ ਵਿੱਚ ਐਗਜ਼ਿਸਟ ਨਹੀਂ ਕਰ ਸਕਦੇ, ਸਰਵਾਈਵ ਨਹੀਂ ਕਰ ਸਕਦੇ। ਸੋ ਜਦੋਂ ਤੁਸੀਂ ਇਹਨੂੰ ਸਮਝਣ ਲੱਗ ਪੈਂਦੇ ਆ ਉਹਦੇ ਵਿੱਚੋਂ ਫਿਰ ਜਿਹੜੀਆਂ ਕਹਿ ਲਓ ਪਈ ਬਿਨਾਂ ਤਰਕ ਤੋਂ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਜਾਂ ਐਕਸਪਲੇਨੇਸ਼ਨ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੋਂ ਖਹਿੜਾ ਛੁੱਟ ਜਾਵੇ। ਇਸ ਕਰਕੇ ਵੀ ਧਰਮ ਨੇ, ਸਿੱਖ ਧਰਮ ਦੀ ਆਪਾਂ ਗੱਲ ਕਰੀਏ ਵੀ ਉਹਨੇ ਉਹ ਇੱਕ ਫਰੇਮਵਰਕ ਕ੍ਰੀਏਟ ਕਰ ਦਿੱਤਾ ਜਿਹਦੇ ਵਿੱਚ ਵੀ ਜਿਹਨੂੰ ਨਾ ਅੰਗਰੇਜ਼ੀ 'ਚ ਰੈੱਡ ਹੈਰਿੰਗ ਕਹਿ ਹੁੰਦੇ ਆ ਭਈ ਜਿਹਦੇ ਵਿੱਚ ਕੁਛ ਅਸਲੀਅਤ ਨਹੀਂ ਹੈਗੀ, ਛਲਾਵਾ ਜਿਹਾ ਆ ਵੀ ਛਲਾਵਿਆਂ ਦੇ ਮਗਰ ਭੱਜ ਕੇ ਬੰਦਾ ਜਿਹੜਾ ਆ ਉਹ ਆਪਣਾ ਸਮਾਂ ਤੇ ਆਪਣੀ એનર્ਜੀ ਨਾ ਖਰਾਬ ਕਰੇ। ਇਸ ਕਰਕੇ ਉਹਨਾਂ ਨੇ ਉਹ ਫਰੇਮਵਰਕ ਉਹ ਦੇ ਦਿੱਤਾ ਵੀ ਜਿਹਦੇ ਅੰਦਰ ਰਹਿੰਦਿਆਂ ਹੋਇਆਂ ਤੁਸੀਂ ਭਈ ਜਿਹੜੇ ਛਲਾਵੇ ਨੇ ਉਹਨਾਂ ਦੇ ਮਗਰ ਭੱਜਣੇ ਦੀ ਜਿਹੜੀ ਦੂਸਰੀ ਸੰਭਾਵਨਾ ਆ ਉਹ ਬਹੁਤ ਘਟਾਤੀ। ਸਹੀ ਗੱਲ ਹੈ, ਉਹ ਚੀਜ਼ਾਂ ਸਾਡੇ ਵਿਚਾਰਨੇ ਵਾਲੀਆਂ ਨਹੀਂ। ਸਹੀ ਗੱਲ ਹੈ, ਯਾਨੀ ਇੱਦਾਂ ਮੋਟਾ ਭਾਜੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਦੁਨੀਆ ਨੂੰ ਖੁਸ਼ਹਾਲ ਕਰਨਾ ਹੈ ਤਾਂ ਧਰਮ ਖਤਮ ਨਹੀਂ ਕਰਨਾ, ਜਿਹੜਾ ਅਸਲ ਧਰਮ ਹੈ ਉਹਨੂੰ ਅਪਣਾ ਲਵੋ। ਬਿਲਕੁਲ, ਜਦੋਂ ਤੁਸੀਂ ਅਸਲ ਧਰਮ ਅਪਣਾ ਲਿਆ ਤੇ ਤੁਹਾਡਾ ਜਿਹੜਾ ਨਿਰਭਉ ਤੇ ਨਿਰਵੈਰ ਵਾਲਾ ਕੰਸੈਪਟ ਜਦੋਂ ਤੁਸੀਂ ਅਪਣਾ ਲਿਆ, ਤੁਸੀਂ ਆਪੇ ਕਿਸੇ ਨਾਲ ਵੈਰ ਨਹੀਂ ਕਰਨਾ ਤੇ ਨਾ ਜਦੋਂ ਤੁਸੀਂ ਵੈਰ ਕਰਨਾ ਤਾਂ ਨਾ ਤੁਸੀਂ ਕਿਸੇ ਤੋਂ ਡਰਨਾ ਹੈਗਾ ਤੇ ਸਾਰਿਆਂ ਨੂੰ ਤੁਸੀਂ ਬਰਾਬਰ ਦੇਖਣਾ ਤੇ ਉਹ ਚੀਜ਼ਾਂ ਨੂੰ ਸਾਨੂੰ ਜ਼ਰੂਰ ਉਹਦੇ ਵਿੱਚ ਆਪਣੇ ਜੀਵਨ 'ਚ ਲਿਆਉਣਾ ਚਾਹੀਦਾ ਹੈ। ਬਿਲਕੁਲ। ਤੇ ਅੱਗੇ ਭਾਜੀ ਉਹ ਲਿਖਦੇ ਹਨ ਕਿ ਆਧੁਨਿਕ ਕਾਲ ਵਿੱਚ ਧਰਮ ਦੀ ਲੋੜ ਉਸੇ ਤਰ੍ਹਾਂ ਹੀ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਅੱਗੇ ਮਹਿਸੂਸ ਕੀਤੀ ਜਾਂਦੀ ਸੀ। ਸਾਇੰਸ ਦੀ ਉੱਨਤੀ ਅਤੇ ਸ਼ਿਲਪ ਵਿਗਿਆਨ ਇਨਸਾਨ ਨੂੰ ਸਵੈ ਪੂਰਨ ਨਹੀਂ ਬਣਾ ਸਕੇ ਅਤੇ ਮਨੁੱਖੀ ਆਚਰਣ ਨੂੰ ਕਾਇਮ ਰੱਖਣ ਲਈ ਸਾਇੰਸ ਅਜੇ ਧਰਮ ਦੀ ਥਾਂ ਕੋਈ ਨਵੀਂ ਕਿਸਮ ਦਾ ਜ਼ਬਤ ਪੈਦਾ ਨਹੀਂ ਕਰ ਸਕੀ। ਨਵੀਂ ਰੋਸ਼ਨੀ ਨੇ ਮਨੁੱਖੀ ਅਤੇ ਸਮਾਜਿਕ ਭਲਾਈ ਨੂੰ ਮੁੱਖ ਰੱਖਣ ਦੀ ਕੋਈ ਨਵੀਂ ਨਿਯਮਾਵਲੀ ਤਿਆਰ ਨਹੀਂ ਕੀਤੀ ਜਿਹੜੀ ਧਰਮ ਦੀ ਥਾਂ ਲੈ ਸਕੇ। 19ਵੀਂ ਸਦੀ ਵਿੱਚ ਇਹ ਖਿਆਲ ਕੀਤਾ ਜਾਂਦਾ ਸੀ ਕਿ ਸਾਇੰਸ ਕੋਈ ਐਸੇ ਨਿਯਮ ਬਣਾ ਦੇਵੇਗੀ, ਪਰ ਅਜੇ ਤੀਕ ਸਾਇੰਸ ਇਸ ਵਿੱਚ ਅਸਫਲ ਰਹੀ ਹੈ। ਬਿਲਕੁਲ, ਕਿਉਂਕਿ ਜਿਹੜੀ ਗੱਲ ਇਹ ਕਹਿ ਰਹੇ ਨੇ ਨਾ ਵੀ ਸਾਇੰਸ ਜਿਹੜੀ ਆ ਵੀ ਉਹ ਸਵਾਲਾਂ ਦੇ ਜਵਾਬ ਤੇ ਦੇ ਦਿੰਦੀ ਆ ਵੀ ਆਹ ਚੀਜ਼ ਇੱਦਾਂ ਕਿਉਂ ਹੋ ਰਹੀ ਆ, ਪਰ ਜਿੱਥੇ ਉਹ ਫੇਲ ਹੋ ਜਾਂਦੀ ਆ ਉੱਥੇ ਇਹ ਆ ਵੀ ਫਲਾਨੇ ਮਨੁੱਖ ਨੇ ਇੱਦਾਂ ਕਿਉਂ ਕੀਤਾ, ਵੀ ਆਹ ਫੈਸਲਾ ਇੱਦਾਂ ਕਿਉਂ ਲਿਆ ਗਿਆ। ਭਈ ਜਿੱਦਾਂ ਹੁਣ ਜੇ ਤੁਸੀਂ ਇਹ ਕਹੋ ਵੀ ਐਟਮ ਬੰਬ ਜਿਹੜਾ ਆ ਵੀ ਉਹ ਕਿੱਦਾਂ ਕੰਮ ਕਰਦਾ, ਉਹ ਤਾਂ ਸਾਇੰਸ ਨੇ ਤੁਹਾਨੂੰ ਝੱਟ ਸਮਝਾ ਦੇਣਾ ਵੀ ਆਹ ਜਿਹੜਾ ਹੈਗਾ ਵੀ ਇੱਦਾਂ ਹੁੰਦਾ, ਆਹ ਇੱਦਾਂ ਚੇਨ ਰਿਐਕਸ਼ਨ ਬਣਦਾ ਆ, ਉਹਦੇ ਨਾਲ ਐਨਰਜੀ ਰਿਲੀਜ਼ ਹੁੰਦੀ ਆ ਤੇ ਉਹਦੇ ਨਾਲ ਫਿਰ ਜਿਹੜਾ ਆ ਵੀ ਪਟਾਕਾ ਪੈਂਦਾ ਤੇ ਉਹ ਪਟਾਕਾ ਜਿਹੜਾ ਇੰਨੀ ਐਨਰਜੀ ਛੱਡ ਦਿੰਦਾ ਆ ਵੀ ਇਹ ਵੀ ਜਿਹੜੀ ਬੰਦਾ ਵੀ ਦਿਮਾਗ ਦੇ ਵਿੱਚ ਇਮੈਜਿਨ ਵੀ ਨਹੀਂ ਕਰ ਸਕਦਾ। ਤੇ ਜਿੱਦਾਂ ਹੁਣ ਵੀ ਉਹਦਾ ਅੰਦਾਜ਼ਾ ਇਹ ਲਾ ਲਓ ਵੀ ਜਿਹੜਾ 44 ਦੇ ਵਿੱਚ 1944-45 ਦੇ ਵਿੱਚ ਜਿਹੜਾ ਆ ਵੀ ਉਹ ਬੰਬ ਜਿਹੜਾ ਮਾਰਿਆ ਗਿਆ ਹੀਰੋਸ਼ੀਮਾ ਦੇ ਉੱਤੇ ਤੇ ਦੂਜਾ ਨਾਗਾਸਾਕੀ ਦੇ ਉੱਤੇ, ਇੱਕ ਦੇ ਵਿੱਚ 70,000 ਬੰਦਾ ਮਰਿਆ, ਦੂਜੇ ਦੇ ਵਿੱਚ 80,000 ਬੰਦਾ ਮਰਿਆ। ਯਾਨੀ ਕਿ 2 ਬੰਬਾਂ ਨੇ 1.5 ਲੱਖ ਬੰਦਾ ਜਿਹੜਾ ਆ ਉਹ ਸਿਰਫ 2 ਬੰਬਾਂ ਨੇ ਮਾਰ ਦਿੱਤਾ, ਸਕਿੰਟਾਂ 'ਚ ਮਾਰ ਦਿੱਤਾ। ਤੇ ਜੈਨੇਟਿਕਲੀ ਅਜੇ ਤੱਕ ਅਸਰ ਜਿਹੜੇ ਆ ਵੀ ਉਹ ਚੱਲ ਰਹੇ ਨੇ ਵੀ ਉਹਨੇ ਮਤਲਬ ਵੀ ਭਵਿੱਖ ਦੀਆਂ ਵੀ ਜਿਹੜੀਆਂ ਪੁਸ਼ਤਾਂ ਆ ਵੀ ਉਹਨਾਂ ਸਾਰੀਆਂ ਦੀਆਂ ਨਸਲਾਂ ਦੇ DNA ਜਿਹੜੇ ਆ ਵੀ ਉਹ ਵੀ ਅਫੈਕਟ ਕਰਦੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਸਮਝਾ ਦੂ ਸਾਇੰਸ। ਹੁਣ ਜਦੋਂ ਤੁਸੀਂ ਇਹ ਸਮਝਣੇ ਦੀ ਕੋਸ਼ਿਸ਼ ਕਰੋਗੇ ਵੀ ਜਿਹੜਾ ਬੰਬ ਸੁੱਟਣਾ ਵੀ ਉਹ ਸਹੀ ਸੀ ਕਿ ਗਲਤ ਸੀ,
ਉੱਥੇ ਸਾਇੰਸ ਨੇ ਹੱਥ ਖੜੇ ਕਰ ਦੇਣੇ ਵੀ ਇਹ ਸਾਡਾ ਨਹੀਂ ਕੰਮ, ਇਹ ਜਵਾਬ ਦੇਣਾ ਜਿਹੜਾ ਆ ਬਟਨ ਦਬਾ ਕੇ ਬੰਬ ਸੁੱਟਿਆ ਸੀ ਬਿਲਕੁਲ ਉਹ ਕੀ ਸੋਚ ਰਿਹਾ ਸੀ, ਜਾਂ ਜਿਹਨੇ ਆਰਡਰ ਦਿੱਤਾ ਸੀ ਵੀ ਜਾ ਕੇ ਤੇ ਬੰਬ ਸੁੱਟਿਆ ਵੀ ਉਹਨੂੰ ਤੁਸੀਂ ਕੀ ਕਹੋਗੇ? ਉੱਥੇ ਆ ਕੇ ਧਰਮ ਨੇ ਕੰਮ ਕਰਨਾ, ਉੱਥੇ ਧਰਮ ਨੇ ਕੰਮ ਕਰਨਾ ਜੀ। ਹੁਣ ਜਦੋਂ ਤੁਸੀਂ ਇਹ ਲੈਂਦੇ ਨਾ ਵੀ ਜਿੱਦਾਂ ਆਪਾਂ ਉਹਦੀ ਨਿਊਟਨ ਦੀ ਵੀ ਗੱਲ ਕੀਤੀ ਸੀ, ਹਾਂਜੀ ਬਈ ਨਿਊਟਨ ਨੇ ਜਿਹੜਾ ਹੈਗਾ ਆ ਵੀ ਉਹ ਜਿਹੜੇ ਦਿੱਤੇ ਲਾਅ ਜੀ, 3 ਜਿਹੜੇ ਸਿਧਾਂਤ ਦਿੱਤੇ ਲਾਜ਼ ਆਫ ਮੋਸ਼ਨ ਜਿਹਨੂੰ ਕਹਿੰਦੇ ਆ ਜੀ, ਭਈ ਉਹ ਤੋਂ ਇਲਾਵਾ ਨਾ ਜਿਹੜਾ ਉਹਨੇ ਇੱਕ ਕੰਮ ਕੀਤਾ ਸੀਗਾ ਬੜਾ ਤਗੜਾ, ਭਈ ਜਿਹੜਾ ਦਿਮਾਗ ਜਿਹੜਾ ਆ ਉਹ ਇੱਕ ਵਾਰੀ ਐਨ ਕਹਿ ਲਓ ਭਈ ਆਸ਼ਾ ਸ਼ਿਕਾਰ ਉੱਠਦਾ ਭਈ ਮੈਥਮੈਟਿਕਸ ਦਾ ਜਿਹੜਾ ਕੈਲਕੂਲਸ ਵਾਲਾ ਪਾਰਟ ਹੈ ਨਾ, ਕੈਲਕੂਲਸ ਉਹਨੇ ਇਨਵੈਂਟ ਕੀਤਾ ਨਿਊਟਨ ਨੇ, ਠੀਕ ਹੈ ਜੀ। ਭਈ ਜਿਹੜਾ ਅੱਜ ਆਪਾਂ ਭਈ ਸਕੂਲਾਂ ਦੇ ਵਿੱਚ ਨਿਆਣੇ ਜਿਹੜੇ ਪੜ੍ਹਦੇ ਆ ਪੂਰੇ ਦੀ ਪੂਰੀ ਇੱਕ ਬ੍ਰਾਂਚ ਆ ਕੈਲਕੂਲਸ ਮੈਥਮੈਟਿਕਸ ਦੀ, ਉਹ ਨਿਊਟਨ ਨੇ ਇਨਵੈਂਟ ਕੀਤੀ ਮੁੱਢੋਂ ਜਿਹੜੀ ਆ ਵੀ ਉਹ ਬਣਾਈ, ਕਿਉਂਕਿ ਉਹਦੇ ਲਈ ਮਸਲਾ ਇਹ ਬਣ ਗਿਆ ਵੀ ਜਦੋਂ ਉਹਨੇ 3 ਸਿਧਾਂਤ ਦਿੱਤੇ ਵੀ ਲਾਜ਼ ਆਫ ਮੋਸ਼ਨ, ਉਹ ਟਰਾਈ ਕਰਨ ਦਿਆ ਸੀਗਾ ਭਈ ਜਿਹੜੀਆਂ ਦੂਸਰੀਆਂ ਹੈਗੀਆਂ ਪੁਲਾੜ ਦੇ ਵਿੱਚ ਘੁੰਮਦੀਆਂ ਦੂਸਰੇ ਉਪਗ੍ਰਹਿ ਨੇ, ਮੂਨ, ਚੰਦਰਮੇ ਤੇ ਸੂਰਜ ਆ, ਸੂਰਜ ਦੇ ਦੁਆਲੇ ਜਿਹੜੇ ਆ ਵੀ ਉਹ ਪਲੈਨਟ ਘੁੰਮ ਰਹੇ ਨੇ, ਉਹ ਸਾਰਾ ਕੁਝ ਜਿਹੜਾ ਆ ਉਹ ਚਾਹੁੰਦਾ ਸੀ ਵੀ ਮੈਂ ਇਹਨੂੰ ਕੈਲਕੂਲੇਟ ਕਰਾਂ ਵੀ ਐਗਜ਼ੈਕਟਲੀ ਦੱਸ ਸਕਾਂ ਵੀ ਆਹ ਜਿਹੜਾ ਚੰਦਰਮਾ ਆ ਵੀ ਇਹਨੇ ਇੱਦਾਂ ਆਹ ਘੁੰਮ ਕੇ ਤੇ ਇੱਦਾਂ ਇਸ ਦਿਨ ਵੀ ਇਸ ਪੁਆਇੰਟ ਦੇ ਉੱਤੇ ਹੋਣਾ। ਬਿਲਕੁਲ। ਹੁਣ ਜਿਹੜਾ ਉਸ ਵੇਲੇ ਦਾ ਐਗਜ਼ਿਸਟਿੰਗ ਮੈਥ ਸੀਗਾ ਉਹ ਇਹਦੇ ਕੇਪੇਬਲ ਹੈ ਨਹੀਂ ਸੀਗਾ, ਉਹਨੇ ਫਿਰ ਮੁੱਢੋਂ ਉਹ ਸਾਰਾ ਕੁਝ ਕੈਲਕੂਲੇਟ ਕਰਨੇ ਲਈ ਭਈ ਇਹ ਜਿਹੜੀ ਆ ਵੀ ਕੈਲਕੂਲਸ ਜਿਹੜਾ ਵੀ ਉਹ ਆਜ਼ਾਦ ਕੀਤਾ, ਇਨਵੈਂਟ ਕੀਤਾ ਭਈ ਅਗੇ ਵੀ ਇੱਦਾਂ ਕਰਕੇ ਤੇ ਆਪਾਂ ਆਹ ਸਾਰਾ ਕੁਝ ਜਿਹੜਾ ਕੈਲਕੂਲੇਟ ਕਰ ਸਕਦੇ, ਔਰ ਉਹਨੇ ਕੀਤਾ ਫਿਰ ਕੈਲਕੂਲੇਟ। ਹੁਣ ਉਹਦੇ ਮੁਕਾਬਲੇ ਦੇ ਉੱਤੇ ਜਦੋਂ ਤੁਸੀਂ ਇਹ ਵੇਖਦੇ ਆ ਭਈ ਜਿਹੜਾ ਵੀ ਕਹਿ ਲਓ ਵੀ ਨਿਊਟਨ ਦੇ ਨਾਲ ਵੀ ਇਹ ਗੁਰੂ ਪਾਤਸ਼ਾਹ ਦਾ ਕੰਪੈਰੀਜ਼ਨ ਨੀਗਾ, ਪਰ ਸਮਝਣੇ ਦੇ ਵਿੱਚ ਭਈ ਬਹੁਤ ਜ਼ਰੂਰੀ ਹੋ ਜਾਂਦਾ ਵੀ ਜਾਂ ਇੱਕ ਅਸਹਾਈ ਹੋ ਜਾਂਦਾ ਭਈ ਜਦੋਂ ਆਪਾਂ ਵੇਖਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਿਹੜੀਆਂ ਅਦਾਸੀਆਂ ਕੀਤੀਆਂ ਤੇ ਉਹਦੇ ਵਿੱਚੋਂ ਫਿਰ ਜਦੋਂ ਉਹਨਾਂ ਨੇ 1526 ਦੇ ਵਿੱਚ ਵੀ ਜਿਹੜਾ ਸੈਦਪੁਰ ਦੇ ਵਿੱਚ ਕਤਲੇਆਮ ਹੋਇਆ, ਜਦੋਂ ਬਾਬਰ ਹਮਲਾਵਰ ਹੋ ਕੇ ਆਇਆ ਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਇਹ ਵੀ ਤੈਂ ਕੀ ਦਰਦ ਨਾ ਆਇਆ, ਵੀ ਉਹ ਜਦੋਂ ਉਹ ਗੁਰੂ ਪਾਤਸ਼ਾਹ ਵੇਖਦੇ ਆ ਸਾਰਾ ਕੁਝ ਵੀ ਇੱਦਾਂ ਕਿਉਂ ਹੋ ਰਿਹਾ, ਤੇ ਗੁਰੂ ਪਾਤਸ਼ਾਹ ਨੇ ਫਿਰ ਇੱਕ ਵੀ ਜਿਹੜਾ ਐਥਿਕਸ ਵਾਲਾ ਫਰੇਮਵਰਕ ਆ ਬਿਲਕੁਲ ਉਹ ਸਾਰਾ ਘੜਿਆ ਮੁੱਢੋਂ ਆਜ਼ਾਦ ਕੀਤਾ। ਸਹੀ ਗੱਲ ਹੈ। ਔਰ ਉਹ ਆਜ਼ਾਦ ਕਰਕੇ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਵੀ ਜਿਹੜੇ 10 ਪਾਤਸ਼ਾਹੀਆਂ ਹੋਈਆਂ ਉਹਨਾਂ ਨੇ ਫਿਰ ਉਹ ਸਾਰਾ ਫਰੇਮਵਰਕ ਜਿਹੜਾ ਆ ਇਸ ਹਿਸਾਬ ਦੇ ਨਾਲ ਉਹਨੂੰ ਸੋਲਿਡੀਫਾਈ ਕੀਤਾ, ਉਹਨੂੰ ਰੂਪ ਦਿੱਤਾ ਭਈ ਜਿਹਦੇ ਵਿੱਚ ਅੱਜ ਵੀ ਅਸੀਂ ਸਾਰੀ ਦੁਨੀਆ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਭਈ 10 ਕਦਮ ਉੱਪਰ ਜਿਹੜਾ ਆ ਵੀ ਉਹ ਵਿਚਰਦੇ ਆ, ਜਦੋਂ ਅਸੀਂ ਸਿੱਖੀ ਦਾ ਰਾਹ ਜਿਹੜਾ ਆ ਉਹ ਅਪਣਾ ਕੇ ਤੇ ਉਹਦੇ ਮੁਤਾਬਕ ਆਪਣੇ ਜਿਹੜੇ ਜੀਵਨ ਦੇ ਫੈਸਲੇ ਲੈਂਦੇ ਆ ਤੇ ਉਸ ਹਿਸਾਬ ਨਾਲ ਆਪਣਾ ਜੀਵਨ ਜਿਹੜਾ ਜਿਉਣੇ ਆ। ਹੁਣ ਉਹ ਚੀਜ਼ ਜਿਹੜੀ ਆ ਵੀ ਉਹ ਇੱਕ ਵਾਰੀ ਕਹਿ ਲਓ ਵੀ ਗੁਰੂ ਪਾਤਸ਼ਾਹੀਆਂ ਬਾਰੇ ਭਈ ਇੱਦਾਂ ਦਿਮਾਗ ਨੂੰ ਜਿਹੜਾ ਆ ਉਹ ਆਸ਼ਾ-ਆਸ਼ ਕਰਵਾ ਦਿੰਦੀ ਆ ਭਈ ਦੇਖੋ ਭਈ ਉਹ ਸਵਾਲ ਸਿਰ ਝੁੱਕ ਪੈਂਦਾ, ਬਿਲਕੁਲ ਉਹ ਸਵਾਲ ਵੀ ਜਿਹੜੇ ਸਾਡੇ ਲਈ ਫਰੇਮ ਕਰਨੇ ਵੀ ਔਖੇ ਆ ਭਈ ਸ਼ਬਦਾਂ ਦੇ ਵਿੱਚ ਪਾਉਣੇ ਵੀ ਔਖੇ ਆ, ਗੁਰੂ ਪਾਤਸ਼ਾਹੀਆਂ ਨੇ ਵੀ ਉਹ 500 ਸਾਲ ਪਹਿਲਾਂ ਭਈ ਉਹ ਕਹਿ ਲਓ ਭਈ ਇਮੈਜਿਨ ਕਰਕੇ ਵਿਚਾਰ ਕੇ ਤੇ ਉਹਨਾਂ ਲਈ ਉਹ ਫਰੇਮਵਰਕ ਘੜ ਦਿੱਤਾ ਭਈ ਜਿਹੜਾ ਸਿੱਖ ਨੂੰ ਇੱਕ ਜਿਹੜਾ ਕਹਿ ਲਓ ਭਈ ਐਥਿਕਸ ਦਾ ਫਰੇਮਵਰਕ ਆ, ਫੈਸਲੇ ਲੈਣੇ ਦਾ, ਜ਼ਿੰਦਗੀ ਜਿਉਣੇ ਦਾ ਉਹ ਫਰੇਮਵਰਕ ਜਿਹੜਾ ਉਹ ਦੇ ਦਿੰਦਾ। ਉਹਦੇ ਵਿੱਚ ਸਾਇੰਸ ਸਹਾਈ ਜ਼ਰੂਰ ਹੁੰਦੀ ਹੈ ਕਿਉਂਕਿ ਜਿੰਨਾ ਕੋਈ ਸਾਇੰਸ ਦੇ ਨੇੜੇ ਜਾਂਦਾ ਆ ਸਿੱਖ, ਓਨਾ ਹੀ ਉਹ ਸਿੱਖ ਧਰਮ ਦੀ ਵੀ ਸਮਝ ਉਹਨੂੰ ਉਦਾਂ ਹੀ ਵਧੀ ਜਾਂਦੀ ਹੈ ਭਈ ਜਿਹੜੀ ਆਪਣੇ ਆਪ ਦੇ ਵਿੱਚ ਹੀ ਇਹ ਇੰਡੀਕੇਟ ਕਰਦੀ ਆ ਵੀ ਜਿਹੜੀ ਉਹ ਕਹਿੰਦੇ ਨਾ ਭਈ ਸਾਇੰਸ ਤੋਂ ਆਸ ਸੀਗੀ ਭਈ ਉਹ ਇੱਕ ਐਥੀਕਲ ਫਰੇਮਵਰਕ ਜਿਹੜਾ ਆ ਉਹ ਪ੍ਰੋਵਾਈਡ ਕਰੇ, ਅਸੀਂ ਟਪਲਾ ਉੱਥੇ ਖਾਨੇ ਪਏ ਆ ਵੀ ਉਹ ਫਰੇਮਵਰਕ ਐਗਜ਼ਿਸਟ ਕਰਦਾ ਆ ਸਿੱਖੀ ਦੇ ਵਿੱਚ, ਔਰ ਉਹਦਾ ਐਵੀਡੈਂਸ ਇਹ ਆ ਭਈ ਜਿੰਨਾ ਕੋਈ ਸਾਇੰਸ ਦਾ ਜਾਣਕਾਰ ਹੋਊਗਾ ਓਨਾ ਹੀ ਉਹ ਸਿੱਖ ਧਰਮ ਦੇ ਨੇੜੇ ਹੋਈ ਜਾਂਦਾ ਸੀ। ਆਪਾਂ ਸਿੱਖ ਦੀ ਗੱਲ ਕਰਦੇ ਵੀ ਜਿਹਨੂੰ ਪਤਾ ਹੀ ਨਹੀਂ ਸਿੱਖੀ ਦਾ ਉਹਦੇ ਬਾਰੇ ਤਾਂ ਅਸੀਂ ਇਹ ਗੱਲ ਨਹੀਂ ਕਰ ਸਕਦੇ, ਪਰ ਇਹਦਾ ਜਿਹੜਾ ਐਵੀਡੈਂਸ ਉਹ ਇਹ ਹੀ ਆ ਵੀ ਜਿੱਦਾਂ ਹੁਣ ਉਹ ਲੈ ਲਓ ਦੂਸਰਾ ਨਰਿੰਦਰ ਸਿੰਘ ਕਪਾਨੀ ਕਰਕੇ ਆ ਵੀ ਜਿਹਨੇ ਆ ਜਿਹੜੀ ਦੂਸਰੀ ਫਾਈਬਰ ਆਪਟਿਕ ਟੈਕਨੋਲੋਜੀ ਆ ਵੀ ਉਹਦਾ ਆਜ਼ਾਦਕਾਰ ਜਿਹੜੀ ਟੀਮ ਸੀ ਉਹਦਾ ਹਿੱਸਾ ਸੀ। ਹੁਣ ਉਹ ਜਿੱਦਾਂ ਜਿੱਦਾਂ ਉਹ ਸਾਇੰਸ ਦੇ ਨੇੜੇ ਜਾਈ ਗਿਆ ਉੱਦਾਂ ਹੀ ਉਹ ਧਰਮ ਦੇ ਨੇੜੇ ਜਾਈ ਗਿਆ
ਉਹਦੀ ਸਮਝ ਜਿਹੜੀ ਆ ਵੀ ਓਨੀ ਹੀ ਉਹ ਧਰਮ ਦੇ ਨਾਲ ਉਹਦੀ ਨੇੜਤਾ ਵੱਧਦੀ ਗਈ। ਸੋ ਤਾਂ ਕਰਕੇ ਆ ਵੀ ਜਦੋਂ ਇਹ ਜਿਹੜੇ ਖੱਪ ਗ੍ਰੇਡ ਨੇ ਜਾਂ ਢੱਡਰੀਆਂ ਵਾਲੇ ਵਰਗੇ ਜਿਹੜੇ ਬਕਵਾਸ ਕਰਦੇ ਆ ਵੀ ਆਖੇ ਜੀ ਭਈ ਜਿੰਨਾ ਤੁਸੀਂ ਆਖੇ ਵੀ ਧਰਮ ਦੇ ਨਾਲ ਜਾਓਗੇ ਓਨੀ ਤੁਹਾਡੀ ਤਰੱਕੀ ਜਿਹੜੀ ਆ ਉਹ ਘਟੀ ਜਾਣੀ ਆ, ਵੀ ਉਹ ਮੂਰਖੋ ਵੀ ਆਪਣੀ ਅਨਪੜ੍ਹਤਾ ਜਿਹੜੀ ਤੁਹਾਡੀ ਆ ਵੀ ਤੁਸੀਂ ਉਹਦੇ ਉੱਤੇ ਪਰਦਾ ਪਾਉਣੇ ਲਈ ਵੀ ਇਹੋ ਜਿਹੀਆਂ ਸਟੇਟਮੈਂਟਾਂ ਘੜਨ ਦਾ ਆ ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ। ਜਦ ਕਿ ਜਿਹੜਾ ਐਵੀਡੈਂਸ ਆ, ਸਬੂਤ ਜਿਹੜੇ ਆ ਉਹ ਸਾਰੇ ਇਸ ਗੱਲ ਦੇ ਨੇ ਵੀ ਜਿੰਨਾ ਕੋਈ ਸਾਇੰਸ ਦਾ ਜਾਣਕਾਰ ਹੋਈ ਜਾਂਦਾ ਓਨਾ ਹੀ ਉਹ ਸਿੱਖ ਜਿਹੜਾ ਆ ਉਹ ਧਰਮ ਦੇ ਵੀ ਨੇੜੇ ਜਾਈ ਜਾਂਦਾ। ਉਹਦੀ ਸਮਝ ਜਿਹੜੀ ਧਰਮ ਦੀ ਆ, ਧਰਮ ਦੇ ਸੰਕਲਪਾਂ ਦੀ, ਸਿੱਖ ਧਰਮ ਦੇ, ਉਹ ਓਨੀ ਜ਼ਿਆਦਾ ਵਧੀ ਜਾਂਦੀ ਹੈ, ਐਕਸਪੈਂਡ ਹੋਈ ਜਾਂਦੀ ਹੈ। ਸੋ ਤਾਂ ਕਰਕੇ ਵੀ ਉਹ ਜਿਹੜਾ ਹੈਗਾ ਨਾ ਗੁਰੂ ਪਾਤਸ਼ਾਹ ਦੇ ਜਿਹੜੀ ਦੇਣ ਆ ਉਹਨੂੰ ਵੀ ਸਮਝਣੇ ਲਈ ਵੀ ਮਤਲਬ ਵੀ ਇਹ ਚੀਜ਼ ਸਹਾਈ ਹੁੰਦੀ ਆ ਵੀ ਜਿਹੜੀ ਅਸੀਂ ਸਾਇੰਸ ਤੋਂ ਆਸ ਕਰਦੇ ਪਏ ਹਾਂ ਉਹ ਅਸਲ ਦੇ ਵਿੱਚ ਆਲਰੇਡੀ ਮੌਜੂਦ ਆ। ਸਾਡੀ ਕੋਤਾਹੀ ਇਸ ਦੇ ਵਿੱਚ ਆ ਵੀ ਅਸੀਂ ਉਹਨੂੰ ਸਮਝਣ ਦੇ ਵਿੱਚ ਤੇ ਕਹਿ ਲਓ ਵੀ ਗਾਂਹ ਅਗਲੀਆਂ ਜਨਰੇਸ਼ਨਾਂ ਤੱਕ ਪਹੁੰਚਾਉਣੇ ਦੇ ਵਿੱਚ ਵੀ ਹੌਲੀ ਹੌਲੀ ਕੋਤਾਹੀ ਕਰੀ ਜਾਣਦਾ ਹੈ। ਬਿਲਕੁਲ ਵੀ ਭਾਈ ਜਿਹੜੇ ਸ਼ੈਤਾਨ ਲੋਕ ਆ ਨਾ, ਜਿਹੜੇ ਬੇਈਮਾਨ ਆ, ਕਮੀਣੇ ਆ, ਉਹ ਕੀ ਕਰਦੇ, ਜਿਹੜੀਆਂ ਸਾਇੰਸ ਦੇ ਦੁਆਰਾ ਇਨਵੈਂਟ ਕੀਤੀਆਂ ਚੀਜ਼ਾਂ ਆ ਉਹਨਾਂ ਦੀ ਐਗਜ਼ਾਮਪਲਾਂ ਦੇ ਕੇ ਫਿਰ ਧਰਮ ਨੂੰ ਭੰਡਣ ਲੱਗ ਜਾਂਦੇ ਆ ਕਿ ਦੇਖੋ ਜੀ ਧਰਮ ਨੇ ਕੀ ਦਿੱਤਾ ਸਾਨੂੰ। ਹੁਣ ਮਾਈਕ ਦੀ ਵੀ ਗੱਲ ਆ, ਇਹ ਖਾਸ ਕਰ ਖੱਪ ਗ੍ਰੇਡ ਬਹੁਤ ਰੌਲਾ ਪਾਉਂਦੇ ਆ ਹੈ ਨਾ, ਜਿਹੜੇ ਢੱਡਰੀਆਂ ਵਾਲਾ ਗਰੁੱਪ ਆ ਜਿਹੜੇ ਹੈ ਨਾ ਜੀ, ਉਹ ਇਹ ਰੌਲਾ ਪਾਉਂਦੇ ਆ ਕਿ ਜਿਹੜੀਆਂ ਸਾਇੰਸ ਦੀਆਂ ਘਾਟਾਂ ਘਟੀਆਂ ਆ ਉਹ ਧਰਮ ਨੇ ਉਹਦੇ ਬਦਲੇ ਸਾਨੂੰ ਕੀ ਦਿੱਤਾ ਹੈਗਾ। ਧਰਮ ਨੇ ਦਿੱਤਾ ਹੈ, ਉਹਨਾਂ ਨੂੰ ਵਰਤਣਾ ਕਿੱਦਾਂ ਹੈ, ਧਰਮ ਇਹ ਦੱਸਦਾ ਉਹਨਾਂ ਨੂੰ ਵਰਤਣਾ ਕਿੱਦਾਂ ਹੈ। ਬਿਲਕੁਲ ਹੈ ਨਾ। ਹੁਣ ਤੁਹਾਡੇ ਕੋਲ ਵੀ ਤਾਂ ਸਾਇੰਸ ਦੀਆਂ ਘਾਟਾਂ ਹੈਗੀਆਂ ਆ, ਜਿਹੜਾ ਮਾਈਕ ਤੁਸੀਂ ਲੈ ਕੇ ਬੈਠੇ ਆ ਉੱਥੇ ਜਾਂ ਹੋਰ ਜਿਹੜੀਆਂ ਤੁਸੀਂ ਚੀਜ਼ਾਂ ਵਰਤਦੇ ਆ, ਤੁਸੀਂ ਕਿਹੜੇ ਹਿਸਾਬ ਨਾਲ ਵਰਤ ਰਹੇ ਆ। ਨਹੀਂ ਉਹ ਵੀ ਗੱਲ ਜਿਹੜੀ ਹੈਗੀ ਆ ਵੀ ਜਿਹੜੀ ਆਮ ਕਿ ਵੀ ਇਹ ਹਵਾਲਾ ਦਿੱਤਾ ਜਾਂਦਾ ਹੁੰਦਾ ਵੀ ਕਿਰਪਾਨ ਜਿਹੜੀ ਆ ਉਹੋ ਹੀ ਆ ਜੀ। ਉਹ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਦੇ ਵਿੱਚ ਨਿਆਂ ਕਰ ਰਹੀ ਆ, ਔਰੰਗਜ਼ੇਬ ਦੇ ਹੱਥ ਦੇ ਵਿੱਚ ਅਤਿਆਚਾਰ ਕਰ ਰਹੀ। ਹੁਣ ਇਸੇ ਨੂੰ ਉਦਾਹਰਨ ਨੂੰ ਤੁਸੀਂ ਲੈ ਲਓ ਵੀ ਜਿਹੜੀਆਂ ਆਹ ਡਰੱਗਸ ਨੇ ਜੀ, ਵੀ ਨਸ਼ੇ ਜਿਹੜੇ ਆ, ਬਿਲਕੁਲ ਵੀ ਜਿਹੜੇ ਬਕਵਾਸ ਕਰਦੇ ਫਿਰਦੇ ਆ ਇਹਨਾਂ ਨੂੰ ਇਹ ਪੁੱਛੋ ਵੀ ਭਾਈ ਜਿਹੜੇ ਧਰਮ ਤੇ ਚੱਲਣੇ ਵਾਲੇ ਆ ਜੀ ਉਹਨਾਂ ਨੂੰ ਤੇ ਪਤਾ ਆ ਵੀ ਨਸ਼ੇ 'ਚ ਕੀ ਮਾੜਾ ਆ। ਬਿਲਕੁਲ ਜਿਹੜੇ ਤੁਸੀਂ ਬਹਿ ਕੇ ਤੇ ਧਰਮ ਦੇ ਖਿਲਾਫ ਬੋਲਦੇ ਆ ਉਹ ਆਪ ਤੁਸੀਂ ਨਸ਼ਿਆਂ 'ਚ ਗਲਤਾਨ ਹੋ ਕੇ ਆਪਣੇ ਲਈ ਸਿਰਫ ਜਸਟੀਫਿਕੇਸ਼ਨਾਂ ਲੱਭ ਰਹੇ ਆ। ਬਿਲਕੁਲ ਹੋਰ ਕੁਝ ਨਹੀਂ ਹੈਗਾ, ਬਹਾਨਾ ਆ ਤੁਹਾਡੇ ਕੋਲੇ ਸਿਰਫ ਇਹ ਵੀ ਉਹ ਧਰਮ ਤੇ ਜੀ ਮਾੜਾ ਆ, ਕਿਉਂਕਿ ਧਰਮ ਤੁਹਾਨੂੰ ਜਿਹੜਾ ਆ ਵੀ ਸ਼ੀਸ਼ਾ ਵਿਖਾਉਂਦਾ ਵੀ ਆਪਣੀ ਜਿਹੜੀ ਅਸਲ ਸ਼ਕਲ ਆ ਉਹ ਇਸ ਧਰਮ ਦੇ ਸ਼ੀਸ਼ੇ ਦੇ ਵਿੱਚ ਵੇਖ ਕੇ ਤੁਹਾਨੂੰ ਆਪਣੇ ਆਪ ਤੋਂ ਚੈਨ ਆਉਂਦੀ ਹੈ। ਤਾਂ ਕਰਕੇ ਤੁਸੀਂ ਧਰਮ ਨੂੰ ਮਾੜਾ ਕਹਿੰਦੇ ਆ। ਧਰਮ ਨੂੰ ਮਾੜਾ ਕਹਿੰਦੇ ਨਹੀਂ, ਗੱਲ ਹੋਈ ਹੈ ਨਾ ਭਾਈ, ਜਿਹੜੀ ਚੀਜ਼ ਤੁਹਾਨੂੰ ਕੋਈ ਗਲਤ ਕੰਮ ਕਰਨ ਤੋਂ ਰੋਕਦੀ ਹੈ ਲੇਕਿਨ ਤੁਹਾਡਾ ਆਪਣੇ ਤੇ ਬਸ ਨਹੀਂ ਹੈਗਾ, ਤੁਸੀਂ ਕਰਨਾ ਚਾਹੁੰਦੇ ਆ, ਫਿਰ ਤੁਸੀਂ ਧਰਮ ਨੂੰ ਭੰਡਣ ਲੱਗ ਜਾਂਦੇ। ਹੁਣ ਜੇ ਆਪਾਂ ਇਹਦੇ ਨਾਲ ਹੋਰ ਇੱਕ ਐਗਜ਼ਾਮਪਲ 'ਚ ਜੋੜ ਦਈਏ, ਹੁਣ ਜਿਹੜਾ ਹਾਥਰਸ ਦੇ ਵਿੱਚ ਜਿਹੜਾ ਇੱਕ ਹੋਰ ਆਪਣਾ ਰੇਪ ਕੇਸ ਹੋਇਆ, ਇੱਕ ਸੋ ਕਾਲਡ ਨੀਵੀਂ ਜਾਤ ਦੀ ਕੁੜੀ ਦੇ ਨਾਲ ਉਹਨਾਂ ਨੇ ਹੈ ਨਾ ਜੀ ਰੇਪ ਕਰਕੇ ਤੇ ਉਹਦੀ ਇੰਨੀ ਦੁਰਦਸ਼ਾ ਕਰਦੀ ਕਿ ਉਹ ਕੁੜੀ ਮਰ ਗਈ ਹੈ ਨਾ ਜੀ। ਹੁਣ ਉਹਨੂੰ ਜਸਟੀਫਾਈ ਇੱਦਾਂ ਕੀਤਾ ਜਾ ਰਿਹਾ ਆ ਕਿ ਇੱਕ ਤਾਂ ਜਸਟੀਫਾਈ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਉਹ ਨੀਵੀਂ ਜਾਤ ਦੀ ਕੁੜੀ ਸੀਗੀ ਤੇ ਪਰਵਾਹ ਨਹੀਂ ਕਰਨੀ ਚਾਹੀਦੀ। ਇੱਕ ਮਾਹੌਲ ਇੱਦਾਂ ਦਾ ਘੜਿਆ ਜਾ ਰਿਹਾ, ਜਿਹੜੇ ਹੁਣ ਉਹ ਮੁੰਡੇ ਸੀ ਕਿ ਉਹ ਸ਼ਾਇਦ ਰਾਜਪੂਤ ਘਰਾਣੇ ਨੂੰ ਜਾਂ ਉੱਚੀ ਜਾਤ ਨੂੰ ਬਿਲੋਂਗ ਕਰਦੇ ਸੀ ਤੇ ਉਹ ਕਹਿੰਦੇ ਸੀ ਇਹ ਤਾਂ ਇਹਨਾਂ ਦਾ ਕੰਮ ਹੀ ਇੱਦਾਂ ਹੈਗਾ ਆ। ਯਾਨੀ ਕਿ ਇਨਸਾਨ ਦੀ ਜ਼ਿੰਦਗੀ ਦੀ ਕਦਰ ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ ਕੀ ਰਹਿ ਗਈ ਹੈ। ਤੇ ਉਹ ਹੁਣ ਤੁਸੀਂ ਉਹਨੂੰ 400-500 ਸਾਲ ਪਿੱਛੇ ਲੈ ਕੇ ਚੱਲ ਜਾਓ, ਜਦੋਂ ਗੁਰੂ ਸਾਹਿਬ ਨੇ ਆਵਾਜ਼ ਚੱਕੀ ਹੋਣੀ ਹੈ, ਕਿੰਨਾ ਮਤਲਬ ਆਪਣੇ ਆਪ ਨਹੀਂ ਸਿਰ ਝੁਕ ਜਾਂਦਾ ਗੁਰੂ ਸਾਹਿਬ ਅੱਗੇ। ਇਹ ਕਹਿੰਦੇ ਸੀ ਅਸੀਂ ਤਾਂ ਗੁਰੂ ਸਾਹਿਬ ਤੋਂ ਵੀ ਕਹਾਂ ਜਾਣਾ ਆ। ਤੇ ਕਹਿਣ ਦਾ ਭਾਵ ਇਹ ਹੈ ਕਿ ਹੁਣ ਉਹਨਾਂ ਨੇ ਉਹ ਸਾਰਾ ਜਿਹੜਾ ਜੋ ਵੀ ਉਹ ਕੀਤਾ ਹੈ ਨਾ ਤੇ ਉਹ ਜਸਟੀਫਾਈ ਕਰ ਰਹੇ ਧਰਮ ਦੀ ਆੜ ਦੇ ਵਿੱਚ। ਬਿਲਕੁਲ ਹੈ ਨਾ ਜੀ। ਇੱਕ ਤਾਂ ਆਪ ਜੀ ਨੂੰ ਸ਼ਾਇਦ ਚੇਤਾ ਹੋਵੇ, ਇੱਕ ਨਿਰਭਇਆ ਕਾਂਡ ਹੋਇਆ ਸੀ ਦਿੱਲੀ ਦੇ ਵਿੱਚ, ਤੇ ਤੁਸੀਂ ਉਹ ਕਿਤੇ ਵਕੀਲ ਦੀ ਦਲੀਲਾਂ ਸੁਣ ਲਓਗੇ ਨਾ ਤੇ ਇਹਨਾਂ ਖੱਪ ਗ੍ਰੇਡਾਂ ਦਲੀਲਾਂ ਸੁਣ ਲਓਗੇ, ਮਤਲਬ ਪੂਰੀਆਂ ਮੈਚ ਹੁੰਦੀਆਂ ਸੇਮ ਦਲੀਲਾਂ। ਬਿਲਕੁਲ ਜਿਹਨੇ ਉਹ ਜਿਹੜੇ ਬਲਾਤਕਾਰੀ ਸੀਗੇ ਉਹਨਾਂ ਦੀ ਡਿਫੈਂਸ ਦੇ ਵਿੱਚ ਜਿਹੜੀਆਂ ਦਲੀਲਾਂ ਹਾਂਜੀ, ਜਿਹੜੀ ਉਹਨਾਂ ਦੇ ਰੇਪਿਸਟ ਸੀਗੇ ਉਹਨਾਂ ਦੀ ਡਿਫੈਂਸ ਜੋ ਦਲੀਲਾਂ ਵੀ ਉਹ ਰਾਤ ਨੂੰ ਤੁਰੀ ਫਿਰਦੀ ਮੁੰਡੇ ਨਾਲ ਕਿਉਂ ਸੀਗੀ, ਉਹ ਸਾਰੀਆਂ ਜਿਹੜੀਆਂ ਗੱਲਾਂ ਬਿਲਕੁਲ ਸਹੀ ਗੱਲ ਆ ਤੁਹਾਡੀ। ਤੇ ਉਹ ਜਦੋਂ ਤੁਸੀਂ ਆਪਸ 'ਚ ਦਲੀਲਾਂ ਮੈਚ ਕਰਦੇ ਤੁਹਾਨੂੰ ਪੂਰੀਆਂ ਮੈਚ ਨਜ਼ਰ ਆਉਣਗੀਆਂ ਤੇ ਇਹ ਤੋਂ ਇਹਨਾਂ ਦੀ ਮਾਨਸਿਕਤਾ ਦਾ ਵੀ ਪਤਾ ਚੱਲਦਾ। ਇੱਕ ਹੋਰ ਵੀ ਗੱਲ ਲਓ ਫਿਰ ਵੀ ਆਪਾਂ ਗੱਲ ਜਿਹੜੀ ਕੀਤੀ ਨਾ ਵੀ ਨਸ਼ੇੜੀ ਜਿਹੜਾ ਬੰਦਾ ਆ, ਕਿਉਂਕਿ ਉਹਦਾ ਆਪਣਾ ਵਸ ਨਹੀਂ ਹੈਗਾ, ਨਸ਼ੇ ਕਰੀ ਜਾਂਦਾ, ਅੰਦਰ ਆਪਣੇ ਵਿਲ ਪਾਵਰ ਜਾਂ ਸਟਰੈਂਥ ਇੰਨੀ ਹੈ ਨਹੀਂ ਗੀ ਭਈ ਨਸ਼ਾ ਛੱਡ ਦੇਵੇ, ਉਹ ਫਿਰ ਜਸਟੀਫਿਕੇਸ਼ਨ ਨਾਲ ਕਰ ਲੈਂਦਾ ਵੀ ਨਾ ਜੀ ਨਾ ਇਹਦੇ ਨਾਲ ਤੇ ਕੋਈ ਨੁਕਸਾਨ ਹੀ ਹੈ ਨਹੀਂਗਾ, ਇਹ ਤੇ ਧਰਮ ਜਿਹੜਾ ਉਹ ਐਵੇਂ ਹੀ ਖਾਮ ਖਾ ਕੇ ਬਣਾ ਰਿਹਾ। ਹੁਣ ਉਹਦੇ ਵਿੱਚ ਉਹੀ ਗੱਲਾਂ ਜਿਹੜੀਆਂ ਉਹੀ ਸੋਚ ਜਿਹੜੀ ਮਾੜੀ ਆ, ਉਹ ਵੀ ਜਿਹੜੀਆਂ ਕੁੜੀਆਂ ਛੋਟੀਆਂ ਤੇ ਟੀਨੇਜਰਸ ਜਾਂ ਮੁੰਡੇ ਆ ਵੀ ਉਹਨਾਂ ਨੂੰ ਇਹ ਇਸ ਹਿਸਾਬ ਨਾਲ ਦੇ ਰਹੇ ਆ ਭਈ ਤੁਹਾਨੂੰ ਜੇ ਕਾਮ ਜਿਹੜਾ ਆ ਉਹ ਪ੍ਰਬਲ ਹੋ ਰਿਹਾ ਆ
ਤੇ ਉਹਨੂੰ ਕੰਟਰੋਲ 'ਚ ਨਹੀਂ ਰੱਖਣੇ ਦੀ ਲੋੜ ਹੈਗੀ। ਬਿਲਕੁਲ ਇਹੀ ਕਹਿ ਰਹੇ ਤੁਸੀਂ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੋ ਔਰ ਇਹ ਬੇਵਕੂਫਾਂ ਦਾ ਤਾਂ ਕੁਝ ਨਹੀਂ ਜਾਣਾ ਭਈ ਨਿਆਣਿਓ ਭਈ ਤੁਹਾਨੂੰ ਭੁਗਤਣੇ ਪੈਣੇ ਨਤੀਜੇ ਉਹਨਾਂ ਚੀਜ਼ਾਂ ਦੇ। ਜਿਹੜੀ ਬੀਜਣ ਵਾਲੀ ਗੱਲ ਬਿਲਕੁਲ ਜਿਹੜੀਆਂ ਗਲਤੀਆਂ ਤੁਹਾਡੇ ਤੋਂ ਅੱਜ 16-17 ਸਾਲ ਦੀ ਉਮਰ ਦੇ ਵਿੱਚ ਹੋ ਗਈਆਂ ਉਹ ਪਤਾ ਨਹੀਂ ਵੀ ਤੁਹਾਨੂੰ 20 ਤੇ ਚੱਲਣੀਆਂ ਪੈਣੀਆਂ ਕਿ 25 ਤੇ ਜਾ ਕੇ ਚੱਲਣੀਆਂ ਪੈਣੀਆਂ, ਪਰ ਉਹਦਾ ਜਿਹੜਾ ਬੀਜ ਤੁਸੀਂ ਬੀਜਣਾ ਆ ਉਹਦਾ ਫਲ ਕੱਟਣਾ ਪੈਣਾ ਕਿਸੇ ਟਾਈਮ ਤੇ। ਸੋ ਇਸ ਕਰਕੇ ਭਈ ਜਿਹੜਾ ਸਿਧਾਂਤ ਆ ਮੇਨ ਭਈ ਜੋ ਵੀ ਤੁਸੀਂ ਕਰਨਾ ਆ ਉਹ ਵਿਚਾਰ ਕੇ ਸੋਚ ਵਿਚਾਰ ਕੇ ਉਹ ਜਿਹੜਾ ਆ ਫੈਸਲਾ ਕਰੋ। ਬਿਲਕੁਲ ਜੀ, ਕਿਉਂਕਿ ਜਿਹੜੇ ਮਾੜੀਆਂ ਸਲਾਹਾਂ ਦੇਣੇ ਵਾਲੇ ਆ ਇਹਨਾਂ ਦਾ ਥੋੜੀ ਕੋਈ ਨੁਕਸਾਨ ਹੋਣਾ ਹੈ ਨਾ ਜੀ। ਇਹ ਤਾਂ ਨਾ ਸ਼ਨੀਵਾਰ ਨੂੰ ਰਾਤ ਨੂੰ ਨਾਈਟ ਦੇ ਵਿੱਚ ਜਾ ਕੇ ਇਹਨਾਂ ਦੇ ਰੈਸਟੋਰੈਂਟਾਂ 'ਚ ਪੈਗ ਲੱਗ ਰਹੇ ਹੁੰਦੇ ਤੇ ਐਤਵਾਰ ਨੂੰ ਸਵੇਰੇ ਆ ਕੇ ਰੇਡੀਓ ਤੇ ਬਹਿ ਕੇ ਧਰਮ ਦੀ ਗੱਲਾਂ ਕਰਦੇ, ਧਰਮ ਨੂੰ ਭੰਡਣ ਲੱਗ ਜਾਂਦੇ। ਇਹ ਤਾਂ ਹਾਲਾਤ ਇਹਨਾਂ ਲੋਕਾਂ ਦੇ ਹੈ ਨਾ ਜੀ। ਹੁਣ ਮਤਲਬ ਗੱਲ ਕੀ ਹੈਗੀ ਹੈ ਕਿ ਤੁਹਾਡਾ ਆਪਣਾ ਬੱਸ ਨਹੀਂ ਚੱਲਦਾ, ਤੁਹਾਡਾ ਆਪ ਦਾ ਸੈਲਫ ਕੰਟਰੋਲ ਨਹੀਂ ਹੈਗਾ। ਹੁਣ ਜਿਹੜਾ ਮੇਨ ਇਹਨਾਂ ਦਾ ਹੈਗਾ ਲਿਬੜੀ ਮੱਝ, ਜਿੰਨੀਆਂ ਠੱਗੀਆਂ ਉਹਨੇ ਮਾਰੀਆਂ ਧਰਮ ਦੇ ਨਾਂ ਤੇ ਮਾਰੀਆਂ ਕਿ ਮੈਂ ਧਰਮ ਦਾ ਕੰਮ ਕਰਨ ਦੇ ਆਇਆ। ਉਹੀ ਬਾਹਮਣ ਵਾਲਾ ਨੁਕਤਾ, ਬਾਹਮਣ ਵੀ ਇਹੀ ਕਰਦਾ ਹੁੰਦਾ ਸੀ। ਮੈਂ ਦੇਖੋ ਜੀ ਧਰਮ ਦਾ ਕੰਮ ਕਰ ਰਿਹਾ, ਦੇਖੋ ਜੀ ਮੈਂ ਤਾਂ ਬਹੁਤ ਚੰਗੇ ਕੰਮ ਕਰ ਰਿਹਾ, ਮੈਨੂੰ ਤਾਂ ਸਵਰਗ ਮਿਲਣਾ, ਮੈਂ ਤਾਂ ਧਰਮ ਦੇ ਕੰਮ ਕਰ ਰਿਹਾ ਆ। ਖਾ ਲੋਕਾਂ ਦਾ ਹੱਕ ਰਿਹਾ ਸੀਗਾ, ਠੱਗ ਰਿਹਾ ਸੀਗਾ ਉਹਨਾਂ ਨੂੰ, ਲੇਕਿਨ ਆਪਣੀ ਵੱਲੋਂ ਧਰਮ ਦਾ ਕੰਮ ਕਰ ਰਿਹਾ ਸੀਗਾ। ਤੇ ਇਸ ਕਰਕੇ ਇਹੋ ਜਿਹੇ ਹਾਂ ਬਿਲਕੁਲ ਜਿਹੜੀ ਪਹਿਲੀ ਗੱਲ ਤਾਂ ਭਾਜੀ ਉਹੀ ਆ ਜਾਂਦੀ ਨਾ ਕਿ ਧਰਮ ਕੀ ਹੈ, ਸਾਨੂੰ ਸਮਝਣਾ ਪੈਣਾ ਕਿ ਧਰਮ ਦੀ ਡੈਫੀਨੇਸ਼ਨ ਕੀ ਹੈ। ਫਿਰ ਉਸ ਧਰਮ ਨੂੰ ਸਾਨੂੰ ਸਮਾਜ 'ਚ ਲਾਗੂ ਕਰਨਾ ਹੀ ਪੈਣਾ ਹੈ। ਜੇ ਤੁਸੀਂ ਨਹੀਂ ਕਰੋਗੇ ਤੇ ਇਹੋ ਜਿਹਾ ਸਮਾਜ ਤੁਸੀਂ ਸਿਰਜਣਾ ਜਿਸ 'ਚ ਆਪੋ ਧਾਪੀ ਪਈ ਆ, ਕੋਈ ਕਿਸੇ ਨੂੰ ਠੱਗੀ ਜਾ ਰਿਹਾ, ਕੋਈ ਕਿਸੇ ਨੂੰ ਠੱਗੀ ਜਾ ਰਿਹਾ ਆ, ਮਤਲਬ ਕਿਸੇ ਦਾ ਕਿਸੇ ਤੇ ਕੰਟਰੋਲ ਨਹੀਂ ਰਹਿਣਾ ਹੈਗਾ। ਇੱਕ ਹੋਰ ਵੀ ਉਦਾਹਰਨ ਲਓ ਜੀ ਭਈ ਇੱਕ ਡਾਕਟਰ ਜਿਹੜਾ ਆ ਵੀ ਦੋ ਡਾਕਟਰ ਨੇ, ਬਿਲਕੁਲ ਇੱਕ ਡਾਕਟਰ ਜਿਹੜਾ ਆ ਵੀ ਉਹ ਪੂਰਾ ਜਿਹੜਾ ਆ ਵੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਵੀ ਜਿਹੜੀ ਉਹਨੇ ਸਿੱਖਿਆ ਹਾਸਲ ਕੀਤੀ ਆ ਜੀ ਉਹ ਬਿਮਾਰਾਂ ਦੇ ਭਲੇ ਲਈ, ਬਿਮਾਰਾਂ ਦੇ ਇਲਾਜ ਲਈ ਉਹਨੂੰ ਵਰਤ ਰਿਹਾ ਜੀ। ਦੂਜਾ ਡਾਕਟਰ ਜਿਹੜਾ ਆ ਵੀ ਉਹ ਭਾਵੇਂ ਉਹਦੇ ਕੋਲੇ ਸੇਮ ਤਾਲੀਮ ਹੋਵੇ, ਸੇਮ ਸਿੱਖਿਆ ਹੋਵੇ, ਸੇਮ ਗਿਆਨ ਆ, ਪਰ ਉਹ ਲੋਕਾਂ ਨੂੰ ਠੱਗਣੇ ਲਈ ਉਸੇ ਗਿਆਨ ਨੂੰ ਵਰਤ ਰਿਹਾ। ਭਈ ਉਹ ਕਿਸੇ ਨੂੰ ਕਹਿੰਦਾ ਵੀ ਲੈ ਵੀ ਤੇਰੇ ਤਾਂ ਗੁਰਦੇ ਜੁੜੇ ਆ, ਭਈ ਇਹ ਤੇਰੇ ਨੂੰ ਤਾਂ ਜਿਹੜਾ ਆ ਵੀ ਫਲਾਣੇ ਟੈਸਟਾਂ ਲਈ ਭੇਜ ਦਿੱਤਾ ਇੱਦਾਂ ਕਰਕੇ ਤੇ ਦਵਾਈਆਂ ਜਿਹੜੀਆਂ ਆ ਵੀ ਉਹ ਦੇ ਦੂ ਕੇ ਤੇ ਆਖੇ ਵੀ ਉਹਦੇ ਕੋਲੋਂ ਭਈ ਲੱਖਾਂ ਰੁਪਈਏ ਜਿਹੜੇ ਆ ਵੀ ਉਹ ਝਾੜੀ ਜਾਂਦਾ। ਹੁਣ ਉਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਇੱਕ ਠੱਗ ਡਾਕਟਰ ਦੇ ਕਾਰਨ ਤੁਸੀਂ ਕਹੋ ਵੀ ਡਾਕਟਰੀ ਜਿਹੜੀ ਉਹ ਮਾੜੀ ਆ, ਇਸ ਕਰਕੇ ਵੀ ਡਾਕਟਰ ਜਿਹੜੇ ਆ ਵੀ ਉਹ ਤੇ ਖਤਮ ਕਰ ਦਿਓ ਸਮਾਜ ਦੇ ਵਿੱਚ, ਡਾਕਟਰ ਬਣਨਾ ਹੀ ਨਹੀਂ ਚਾਹੀਦਾ। ਸੋ ਉਹ ਜਿਹੜੀ ਆ ਵੀ ਉਹ ਮੂਰਖਤਾਈ ਵਾਲੀ ਸੋਚ ਜਿਹੜੀ ਆ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ ਵੀ ਜਿਹੜੇ ਬੰਦੇ ਇਦਾਂ ਕਹਿ ਰਹੇ ਨੇ ਉਹ ਅਸਲ ਦੇ ਵਿੱਚ ਡਾਕਟਰ ਬਣਨੇ ਦੇ ਕਾਬਲ ਹੀ ਹੈ ਨਹੀਂ, ਉਹ ਸਿਰਫ ਠੱਗ ਬਣਨੇ ਦੇ ਕਾਬਲ ਨੇ। ਬਿਲਕੁਲ। ਸੋ ਇਸ ਕਰਕੇ ਵੀ ਉਹ ਡਾਕਟਰੀ ਨੂੰ ਖਤਮ ਕਰਕੇ ਤੇ ਉਹ ਇਹ ਚਾਹੁੰਦੇ ਨੇ ਵੀ ਜਿਹੜਾ ਉਹਨਾਂ ਦਾ ਠੱਗੀ ਵਾਲਾ ਨਿਜ਼ਾਮ ਆ ਉਹ ਚੱਲਦਾ ਰਹੇ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਭਾਈ ਵੀ ਇਹ ਵਿਚਾਰਨੇ ਵਾਲੀਆਂ ਆ, ਕਿਉਂਕਿ ਜਿਹੜਾ ਅਸਲ ਧਰਮ ਆ ਉਹ ਸਾਰਾ ਜਿਹੜੇ ਇਹ ਕੰਮ ਕਰਦੇ ਆ, ਇਹ ਅਸਲ ਧਰਮ ਇਹਨਾਂ ਦੇ ਉਸ ਰਾਹ ਦੇ ਵਿੱਚ ਰੁਕਾਵਟ ਆ, ਤਾਂ ਇਹ ਅਸਲ ਧਰਮ ਨੂੰ ਭੰਡਦੇ ਆ ਤੇ ਆਪਣਾ ਹੀ ਵੱਖਰਾ ਧਰਮ ਲਿਆ ਕੇ ਉੱਤੇ ਲਾਗੂ ਕਰਨਾ ਚਾਹੁੰਦੇ ਹੈਗੇ। ਬਸ ਇੰਨੀ ਜੀ ਗੱਲ ਹੈ ਜਿਹੜੀ ਸਮਝਣ ਦੀ ਗੱਲ ਹੈ। ਤੇ ਅੱਗੇ ਲਿਖਦੇ ਹਨ ਕਿ ਇਸ ਵੇਲੇ ਸਭ ਤੋਂ ਉੱਨਤ ਦੇਸ਼ ਐਸੇ ਫੌਜੀ ਹਥਿਆਰ ਬਣਾ ਰਹੇ ਹਨ ਜੋ ਵਰਤੇ ਗਏ ਤਾਂ ਸਾਰੀ ਮਨੁੱਖ ਜਾਤੀ ਨੂੰ ਹੀ ਖਤਮ ਕਰ ਦੇਣਗੇ, ਜਿਹੜੀ ਆਪ ਜੀ ਗੱਲ ਕਰਕੇ ਹਟਿਓ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਨੁੱਖ ਭਲਾਈ ਦਾ ਆਦਰਸ਼ ਇਸ ਵਿਗਿਆਨਕ ਉੱਨਤੀ ਨੂੰ ਕੋਈ ਅਪੀਲ ਨਹੀਂ ਕਰਦਾ ਜਾਪਦਾ। ਜੇ ਅੱਜ ਕੱਲ੍ਹ ਦੁਨੀਆ ਵਿੱਚ ਕੋਈ ਇਮਾਨਦਾਰੀ, ਤਰਸ ਦਇਆ, ਭਲਾ ਮਾਨਸੀ ਜਾਂ ਸਾਊਪੁਣਾ ਹੈ ਤਾਂ ਉਹ ਕਿਸੇ ਹੋਰ ਕਾਰਨਾਂ ਕਰਕੇ ਹੈ, ਸਾਇੰਸ ਦੀ ਉੱਨਤੀ ਕਰਕੇ ਨਹੀਂ ਹੈ। ਤੇ ਇੱਕ ਗੱਲ ਹਾਂ ਬਿਲਕੁਲ ਭਾਈ ਇਹ ਵੀ ਆਪਾਂ ਜੇ ਵਿਚਾਰ ਲਈਏ, ਹੁਣ ਜਿਹੜੀਆਂ ਜਿੱਦਾਂ ਸਾਇੰਸ ਦੀਆਂ ਘਾਟਾਂ ਆ ਰਹੀਆਂ ਆ, ਸੁਵਿਧਾਵਾਂ ਵੱਧ ਰਹੀਆਂ ਆ, ਹੁਣ ਸੁਵਿਧਾਵਾਂ ਦਾ ਵਧਣ ਕਰਕੇ ਕੀ ਹੋ ਰਿਹਾ, ਜਿਹੜਾ ਕੰਫਰਟ ਜ਼ੋਨ ਆ ਲੋਕਾਂ ਦਾ ਐਕਸਪੈਂਡ ਹੋ ਰਿਹਾ ਆ। ਹੁਣ ਉਹ ਕੰਫਰਟ ਜ਼ੋਨ ਦੇ ਵਿੱਚ ਜਾਣ ਲਈ ਤੁਹਾਨੂੰ ਇੱਕ ਕੀਮਤ ਅਦਾ ਕਰਨੀ ਪੈਂਦੀ ਹੈ। ਹੁਣ ਕਈਆਂ ਕੋਲ ਉਹ ਸਮਰੱਥਾ ਨਹੀਂ ਹੁੰਦੀ ਕਿ ਉਹ ਕੀਮਤ ਅਦਾ ਕਰ ਸਕੇ। ਉਹਦੇ ਨਾਲ ਕੀ ਹੋ ਰਿਹਾ ਹੈ ਕਿ ਕ੍ਰਾਈਮ ਵੱਧ ਰਿਹਾ। ਹੁਣ ਜਿਹੜਾ ਇੱਕ ਠੱਗ ਆ ਉਹ ਲੋਕਾਂ ਤੋਂ ਪੈਸੇ ਠੱਗ ਕੇ ਆਪਣੀ ਵੱਡੀਆਂ ਗੱਡੀਆਂ ਪਾ ਰਿਹਾ ਆ, ਵੱਡੇ ਘਰ ਮਹਿਲ ਖੜੇ ਕਰ ਰਿਹਾ ਆ, ਕਿ ਉਹਦਾ ਮੋਟਿਵ ਇਹ ਹੈ ਨਾ ਕਿ ਜਿਹੜਾ ਮੇਰਾ ਇੱਕ ਜਿਹੜੀਆਂ ਸਾਇੰਸ ਦੁਆਰਾ ਘੜੀਆਂ ਇਜਾਦ ਕੀਤੀਆਂ ਘਾਟਾਂ, ਇਨਵੈਂਟ ਕੀਤੀਆਂ ਘਾਟਾਂ, ਮੈਂ ਉਹਨਾਂ ਨੂੰ ਵਰਤ ਸਕਾਂ, ਕਿਉਂਕਿ ਧਰਮ ਹੈ ਨਹੀਂ ਉਹਦੇ ਵਿੱਚ। ਜੇ ਧਰਮ ਹੁੰਦਾ ਫਿਰ ਉਹ ਕੰਮ ਨਾ ਕਰਦਾ ਹੈਗਾ। ਤੇ ਜਿਹੜੀ ਦੂਜੀ ਗੱਲ ਭਾਜੀ ਇਹਦੇ ਨਾਲ ਇੱਕ ਇਹ ਵੀ ਜੋੜਦੀ ਹੈ ਕਿ ਜਿਹੜਾ ਹੁਣ ਧਰਮ ਇੱਥੇ ਧਰਮ ਦੀ ਸਾਨੂੰ ਲੋੜ ਜਾਪਦੀ ਹੈਗੀ, ਕਿਉਂਕਿ ਜਿਹੜਾ ਉਹ ਗਲਤ ਵਿਚਾਰ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਹੈ ਨਾ, ਧਰਮ ਨੇ ਉਹਨੂੰ ਕੰਟਰੋਲ ਕਰਨਾ ਹੈ ਕਿ ਭਾਈ ਮੈਂ ਕਿਸੇ ਦਾ ਹੱਕ ਖਾ ਕੇ, ਕਿਸੇ ਦੇ ਪਰਿਵਾਰ ਦਾ ਹੱਕ ਖਾ ਕੇ ਉਸ ਦੇ ਨਿਆਣਿਆਂ ਦੇ ਮੂੰਹ 'ਚੋਂ ਰੋਟੀ ਖੋਹ ਕੇ ਆਪਣੇ ਨਿਆਣੇ ਦੇ ਮੂੰਹ 'ਚ ਨਾ ਪਾਵਾਂ, ਕਿਉਂਕਿ ਉਹ ਇੱਕ ਗਲਤ ਕੰਮ ਹੈ। ਉਹ ਜੇ ਮੈਂ ਉਹ ਬੀਜੂੰਗਾ ਤੇ ਕਿਤੇ ਨਾ ਕਿਤੇ ਵੱਢਣੇ ਮੈਨੂੰ ਹੀ ਪੈਣੇ ਆ,
ਹੈ ਨਾ ਜੀ। ਹੁਣ ਉਹ ਵੀ ਇੱਕ ਅਲੱਗ ਕਹਿ ਲਓ ਕਿ ਇੱਕ ਸਟੈਪ ਆ ਜਾਂ ਸਟੇਜ ਆ, ਉਹ ਬੰਦਾ ਭੁਗਤ ਵੀ ਰਿਹਾ ਹੁੰਦਾ ਨਰਕ, ਕਿਉਂਕਿ ਉਹ ਜਦੋਂ ਉਹ ਗਲਤ ਕੰਮ ਕਰਦਾ ਆ ਮਾਨਸਿਕ ਤੌਰ ਤੇ ਇਖਲਾਕੀ ਤੌਰ ਤੇ ਤਾਂ ਉਹ ਬੰਦਾ ਮਰ ਚੁੱਕਾ ਹੁੰਦਾ ਹੈ ਨਾ, ਉਹ ਇੱਕ ਨਰਕ ਵਾਲੀ ਜ਼ਿੰਦਗੀ ਭੋਗ ਰਿਹਾ ਹੁੰਦਾ, ਲੇਕਿਨ ਉਹ ਪ੍ਰੀਟੈਂਡ ਇਦਾਂ ਕਰਦਾ ਜਿੱਦਾਂ ਨਹੀਂ ਜੀ ਮੈਂ ਤਾਂ ਬਹੁਤ ਖੁਸ਼ ਹਾਂ। ਮੇਰੇ ਵਰਗਾ ਤਾਂ ਤੁਹਾਨੂੰ ਜਿੱਦਾਂ ਫਿਰ ਨਕਲੀ ਹਾਸੇ ਹੱਸਣੇ ਪੈਂਦੇ ਹੈਗੇ ਆ, ਜ਼ੋਰ ਦੀ ਠਾਕ ਕੇ ਲਾਣੇ ਪੈਂਦੇ ਆ, ਫਿਰ ਫੋਟੋਆਂ ਹਾਸੇ ਵਾਲੀਆਂ ਫੋਟੋਆਂ ਖਿੱਚ ਕੇ ਪਾਣੀਆਂ ਪੈਂਦੀਆਂ ਕਿ ਇਹ ਹਾਸਾ ਕਿੱਦਾਂ ਖੋਲੋਗੇ। ਭਾਈ ਹਾਸਾ ਤੇ ਤੇਰੇ ਅੰਦਰ ਖਤਮ ਹੋਇਆ ਪਿਆ, ਜਿਹੜਾ ਖੇੜਾ ਆ, ਇੱਕ ਜਿਹੜੇ ਖੇੜੇ ਦੀ ਗੱਲ ਕਰਦੀ ਨੇ ਉਹ ਤਾਂ ਮਰ ਚੁੱਕਾ ਹੈ। ਖੋਖਲਾ ਹਾਸਾ ਹੈ, ਜਿੱਦਾਂ ਨਾ ਭਾਜੀ ਤੁਸੀਂ ਕਿਸੇ ਖੋਖਲੇ ਪਾਈਪ ਦੇ ਵਿੱਚ ਜ਼ੋਰ ਦੀ ਆਵਾਜ਼ ਮਾਰੋਗੇ, ਉਹ ਹੋਰ ਜ਼ੋਰ ਦੀ ਉਹ ਹੁੰਦੀ ਹੈ, ਫੈਲਦੀ ਹੈ, ਵੱਧਦੀ ਹੈ ਨਾ। ਏਦਾਂ ਹੀ ਜਦੋਂ ਬੰਦਾ ਜ਼ੋਰ ਦੀ ਹੱਸਦਾ ਉਹ ਪਤਾ ਚੱਲ ਜਾਂਦਾ ਹੈ ਕਿ ਇੱਕ ਇਹਦਾ ਖੋਖਲਾ ਹਾਸਾ ਹੱਸਿਆ ਜਾ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਅਮੀਰੀ ਦੀ ਕਹਿ ਲਓ ਜਾਂ ਪੋਜੈਸ਼ਨਸ ਜ਼ਿਆਦਾ ਇਕੱਠੇ ਕਰਨੇ ਦੀ ਤੇ ਹੋਰ ਸਾਰਾ ਜੀ, ਵੀ ਉਹ ਨਾ ਗੁਰੂ ਪਾਤਸ਼ਾਹ ਨੇ ਸਾਨੂੰ ਵੀ ਉਹਦਾ ਵੀ ਫਰੇਮਵਰਕ ਜਿਹੜਾ ਆ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਦੇ ਦਿੱਤਾ ਵੀ ਜਦੋਂ ਉਹਨਾਂ ਨੇ ਕਿਹਾ ਵੀ ਕਿਰਤ ਕਰੋ, ਬਿਲਕੁਲ ਨਾਮ ਜਪੋ, ਵੰਡ ਛਕੋ ਜੀ। ਹੁਣ ਇੱਥੇ ਭਾਜੀ ਮੈਂ ਥੋੜਾ ਜਿਹਾ ਆਪ ਜੀ ਨੂੰ ਟੋਕਦਾ, ਹੁਣ ਇਹ ਜਿਹੜੇ ਦੇਖੋ ਇਹ ਕਿੰਨੇ ਵਧੀਆ ਫੰਡਾਮੈਂਟਲਸ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤੇ, ਇੱਕ ਫਰੇਮਵਰਕ ਦੇ ਦਿੱਤਾ। ਹੁਣ ਇਹ ਖੱਪ ਗ੍ਰੇਡ ਇਹ ਵੀ ਕਹਿ ਰਹੇ ਕਿ ਇਹ ਗੁਰੂ ਸਾਹਿਬ ਨਹੀਂ ਦੇ ਦਿੱਤੇ ਹੈਗੇ, ਗੁਰੂ ਸਾਹਿਬ ਵੱਲੋਂ ਨਹੀਂ ਆਏ ਕਹਿਣ ਦਾ। ਇਹਨਾਂ ਨੇ ਬਕਵਾਸ ਕਰਨੀ ਆ ਵੀ ਜਦੋਂ ਪਤਾ ਹੀ ਨਹੀਂ ਕੁਛ ਤੇ ਉਹਦੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਸਟੇਟਮੈਂਟਾਂ ਦੇ ਦੇਣ ਇਹ, ਤੇ ਉਹਦੀ ਕੋਈ ਸੈਂਸ ਹੈ ਨਹੀਂ, ਵੈਲਿਊ ਹੈ ਨਹੀਂ ਕੋਈ, ਕਿਉਂਕਿ ਇਹ ਜਿਹੜਾ ਕਨਸੈਪਟ ਨੇ ਤਿੰਨੇ ਹੀ ਵੀ ਇਹ ਇਸ ਚੀਜ਼ ਵੱਲ ਨੂੰ ਇੰਡੀਕੇਟ ਕਰਦੇ ਆ ਭਈ ਇਹ ਆਮ ਬੰਦਾ ਜਿਹੜਾ ਆ ਉਹ ਝੱਟ ਇਹ ਗੱਲ ਸਮਝ ਜਾਂਦਾ ਜੀ ਭਈ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਅਸੀਮਤ ਨਹੀਂ ਗੀ, ਬਿਲਕੁਲ ਹਰੇਕ ਚੀਜ਼ ਸੀਮਤ ਆ, ਬਿਲਕੁਲ। ਸੋ ਇਹਦਾ ਮਤਲਬ ਆ ਭਈ ਸੀਮਤ ਚੀਜ਼ ਨੂੰ ਜੇ ਕੋਈ ਬੰਦਾ ਜਿਹੜਾ ਆ ਵੀ ਜਿੰਨੀ ਲੋੜ ਆ ਉਹ ਤੋਂ ਜ਼ਿਆਦਾ ਇਕੱਠੀ ਕਰਕੇ ਬਹਿ ਗਿਆ, ਇਹਦਾ ਮਤਲਬ ਆ ਵੀ ਜਿਨ੍ਹਾਂ ਨੂੰ ਲੋੜ ਹੈਗੀ ਆ ਉਹਨਾਂ ਦੀ ਰੀਚ ਦੇ ਵਿੱਚੋਂ ਉਹਨੇ ਉਹ ਖੋਹ ਲਈ ਆ, ਬਿਲਕੁਲ। ਸੋ ਇਹਦਾ ਮਤਲਬ ਵੀ ਉਹ ਜਿਹੜੇ ਲੋੜਵੰਦ ਆ ਵੀ ਉਹਨਾਂ ਨੂੰ ਆਪਣੀ ਲੋੜ ਪੂਰੀ ਕਰਨ ਲਈ ਉਹ ਚੀਜ਼ ਅਵੇਲੇਬਲ ਨਹੀਂ ਰਹੀ ਆ। ਸੋ ਉਹਦੇ ਨਾਲ ਮਸਲੇ ਜਿਹੜੇ ਆ ਵੀ ਉਹ ਬਣਦੇ ਆ। ਉਹਦਾ ਇਲਾਜ ਗੁਰੂ ਪਾਤਸ਼ਾਹ ਨੇ ਵੰਡ ਛਕਣੇ ਦੇ ਵਿੱਚ ਜਿਹੜਾ ਆ ਵੀ ਉਹ ਕਰ ਦਿੱਤਾ, ਦਸਵੰਧ ਦੇ ਵਿੱਚ ਕਰ ਦਿੱਤਾ। ਉਹ ਮਤਲਬ ਵੀ ਉਸ ਕਨਸੈਪਟ ਇਹ ਦੇ ਦਿੱਤਾ ਭਈ ਮਿਹਨਤ ਕਰੋ ਜੀ, ਮਿਹਨਤ ਕਰਕੇ ਜੋ ਤੁਹਾਨੂੰ ਫਲ ਮਿਲ ਰਿਹਾ ਆ ਉਹਦੇ ਨਾਲ ਇਹ ਨਾ ਫਿਰ ਸੋਚੋ ਭਈ ਜਿਹੜਾ ਦੂਆ ਬੰਦਾ ਆ ਵੀ ਉਹ ਹੁਣ ਮਿਹਨਤ ਨਹੀਂ ਕਰ ਰਿਹਾ ਤਾਂ ਕਰਕੇ ਉਹਨੂੰ ਮਿਲ ਨਹੀਂ ਰਿਹਾ। ਭਾਈ ਭਈ ਜਿਹੜੀ ਚੀਜ਼ ਸੀਮਤ ਆ, ਜਦੋਂ ਇੱਕ ਬੰਦਾ ਜਿਹੜਾ ਆ ਉਹ 100 ਜਿਹੜੇ ਅਵੇਲੇਬਲ ਹੈਗੀ ਉਹ ਚੋਂ 50 ਆਪ ਲੈ ਕੇ ਬਹਿ ਗਿਆ, ਜਿਹੜੇ ਬਾਕੀ ਦੇ 99 ਬੰਦੇ ਆ ਵੀ ਜੇ ਉਹਨਾਂ ਨੂੰ ਇੱਕ ਹਿੱਸੇ ਆਉਣੀ ਸੀ 50 ਤੇ ਇੱਕ ਲੈ ਕੇ ਬਹਿ ਗਿਆ, ਉਹ 99 ਜਿੰਨੀ ਮਰਜ਼ੀ ਮਿਹਨਤ ਕਰ ਲੈਣ ਉਹਦੇ ਵਿੱਚੋਂ 49 ਬੰਦੇ ਜਿਹੜੇ ਆ ਵੀ ਉਹਨਾਂ ਦੇ ਹੱਥ ਕੁਝ ਨਹੀਂ ਆਉਣਾ, ਜਿੰਨੀ ਦੇਰ ਤੱਕ ਜਿਹੜਾ ਉਹ 50 ਲੈ ਕੇ ਬਹਿ ਗਿਆ ਆ ਉਹ ਵੰਡ ਕੇ ਨਹੀਂ ਛਕਦਾ। ਸੋ ਤਾਂ ਕਰਕੇ ਵੀ ਉਹ ਜਿਹੜਾ ਹੈਗਾ ਨਾ ਕਨਸੈਪਟ ਜਿਹੜਾ ਇਹ ਵੰਡ ਕੇ ਛਕਣੇ ਵਾਲਾ ਉਹ ਇਸੇ ਕਰਕੇ ਕੀਤਾ ਗਿਆ ਵੀ ਜੇ ਕੋਈ ਮਿਹਨਤ ਕਰਨੇ ਦਾ ਚਾਹਵਾਨ ਹੈਗਾ ਆ ਉਹ ਮਿਹਨਤ ਜ਼ਰੂਰ ਕਰੇ, ਪਰ ਜਦੋਂ ਉਹਨੂੰ ਇਹ ਅਹਿਸਾਸ ਹੋ ਜਾਂਦਾ ਆ ਵੀ ਮੇਰੀ ਮਿਹਨਤ ਜਿਹੜੀ ਆ ਵੀ ਉਹਦੇ ਕਰਕੇ ਜਾਂ ਕੋਈ ਉਹਨੇ ਐਸਾ ਫੈਸਲਾ ਲਿਆ ਆ ਵੀ ਜਿਹਦੇ ਕਰਕੇ ਵੀ ਉਹਦੇ ਕੋਲੇ 50 ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਉਹਦਾ ਹੁਣ ਫਰਜ਼ ਬਣਦਾ ਆ ਵੀ ਜਿਹੜੇ ਉਹ ਬਾਕੀ ਦੇ ਜਿਹੜੇ ਆ ਵੀ ਉਹ ਰਹਿ ਗਏ ਆ ਵੀ ਉਹਨਾਂ ਦੀ ਮਿਹਨਤ ਦੇ ਫਲ ਵਜੋਂ ਉਹਨਾਂ ਨੂੰ ਨਹੀਂ ਉਹ ਮਿਲ ਰਿਹਾ ਤੇ ਉਹਦਾ ਫਰਜ਼ ਆ ਫਿਰ ਵੀ ਉਹ ਵੰਡ ਕੇ ਛਕੇ ਭਈ ਤਾਂ ਕਿ ਭਈ ਹਰੇਕ ਜਿਹੜਾ ਬੰਦਾ ਆ ਉਹ ਰੱਬ ਦੀ ਬਣਾਈ ਕੁਦਰਤ ਜਿਹੜੀ ਆ ਵੀ ਉਹਦੇ ਵਿੱਚ ਉਹ ਬੈਲੈਂਸ ਜਿਹੜਾ ਆ ਉਹ ਬਣਿਆ ਰਵੇ ਤੇ ਉਹ ਇਸ ਚੀਜ਼ ਦੇ ਵਿੱਚ ਆਪਣਾ ਰੋਲ ਨਿਭਾਵੇ ਵੀ ਭਾਈ ਵੀ ਗਾਂਹ ਤੋਂ ਜਿਹੜਾ ਨਿਜ਼ਾਮ ਆ ਉਹ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੇ ਵੀ ਇਹ ਸਾਰੀ ਚੀਜ਼ ਜਿਹੜੀ ਆ ਵੀ ਇੱਕ ਦੇ ਹੱਥ ਹੀ ਨਾ ਆਈ ਜਾਵੇ, ਵੀ ਬਕਾਇਦਾ ਹਰੇਕ ਨੂੰ ਅਵੇਲੇਬਲ ਰਵੇ। ਔਰ ਤੁਸੀਂ ਅੱਜ ਵੇਖੋਗੇ ਵੀ ਦੁਨੀਆ ਜਿੱਧਰ ਨੂੰ ਤੁਰੀ ਹੋਈ ਹੈ ਨਾ ਵੀ ਜਿਹੜੇ ਪਿਛਲੇ 15-20 ਸਾਲਾਂ ਦੇ ਵਿੱਚ 15 ਕੁ ਸਾਲਾਂ ਦੇ ਵਿੱਚ ਜਿਹੜੇ ਅੰਬਾਨੀ ਤੇ ਅਡਾਨੀ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਜੇ ਇਸ ਪੱਧਰ ਤੇ ਪਹੁੰਚੇ ਆ ਭਈ ਉਹਨੇ ਇਹ ਜਿਹੜਾ ਵੀ ਇਹਨੂੰ ਸਬੂਤ ਵਜੋਂ ਦੇਖੋ ਭਈ ਸਰਕਾਰਾਂ ਜਾਂ ਜਿਹੜੀ ਐਲੀਟ ਆ ਭਈ ਉਹ ਚਾਹੁੰਦੀ ਇਹ ਆ ਭਈ ਜਿੰਨਾ ਵੀ ਸਰਮਾਇਆ ਜਿੰਨੇ ਵੀ ਰਿਸੋਰਸ ਜਿਹੜੇ ਆ ਜਿੰਨੇ ਥੋੜੇ ਹੱਥਾਂ ਦੇ ਵਿੱਚ ਇਕੱਠੇ ਹੋ ਜਾਣ ਓਨਾ ਹੀ ਜਿਹੜੀ ਬਾਕੀ ਦੀ ਦੁਨੀਆ ਆ ਵੀ ਉਹਨੂੰ ਕੰਟਰੋਲ ਕਰਨਾ ਸੌਖਾ ਹੋ ਜਾਣਾ। ਜਦ ਕਿ ਸਿੱਖੀ ਜਿਹੜੀ ਆ ਉਹ ਟੋਟਲੀ ਇਹ ਤੋਂ ਆਪੋਜ਼ਿਟ ਜਿਹੜਾ ਆ ਵੀ ਉਹ ਆਰਗੂ ਕਰਦੀ ਆ ਭਈ ਜਿੰਨੀ ਹਰੇਕ ਚੀਜ਼ ਜਿਹੜੀ ਆ ਜਿੰਨੇ ਜ਼ਿਆਦਾ ਬੰਦਿਆਂ ਦੇ ਹੱਥ ਆ ਓਨਾ ਹੀ ਉਹਦੇ ਵਿੱਚ ਅਤਿਆਚਾਰ ਦੀ ਜਿਹੜੀ ਆ ਵੀ ਗੁੰਜਾਇਸ਼ ਘਟਦੀ ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਮਾਜ 'ਚ ਜਦੋਂ ਭਾਜੀ ਬੈਲੈਂਸ ਵੀ ਬਣਿਆ ਰਹੂਗਾ ਤੇ ਕ੍ਰਾਈਮ ਵੀ ਘਟੂਗਾ ਬਿਲਕੁਲ। ਕ੍ਰਾਈਮ ਜਦੋਂ ਘਟੂਗਾ ਤੇ ਸਾਰੇ ਖੁਸ਼ਹਾਲ ਰਹਿਣਗੇ, ਸਾਰੇ ਆਪਣੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ। ਉਹਦੀ ਉਦਾਹਰਨ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਵੇਖ ਲਓ ਜਿਹਦੇ ਵਿੱਚ ਵੀ ਇਹੀ ਅੰਗਰੇਜ਼ ਲਿਖਾਰੀ ਵੀ ਇਹ ਲਿਖਦੇ ਆ ਵੀ ਉਸ ਵੇਲੇ ਕ੍ਰਾਈਮ ਜਿਹੜਾ ਆ
ਉਹ ਇੰਨਾ ਘੱਟ ਸੀਗਾ ਵੀ ਉਹਦੇ ਰਾਜ ਦੇ ਵਿੱਚ ਫਾਂਸੀ ਤੇ ਕਿਸੇ ਨੂੰ ਲਾਈ ਨਹੀਂ ਗਈ ਕਦੀ। ਸੋ ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਸਬੂਤ ਦਿੰਦੀਆਂ। ਸਹੀ ਗੱਲ ਹੈ ਜੀ, ਇਹ ਸਹੀ ਗੱਲ ਹੈ ਭਾਜੀ। ਤੇ ਉਹ ਚੀਜ਼ਾਂ ਦਾ ਸਾਨੂੰ ਬਿਲਕੁਲ ਆਪਣੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਬਿਲਕੁਲ ਜੀ ਸਾਨੂੰ ਪਹਿਲਾਂ ਧਰਮ ਨੂੰ ਪਹਿਚਾਨਣਾ ਪੈਣਾ ਹੈ ਕਿ ਧਰਮ ਦੀ ਸਹੀ ਡੈਫੀਨੇਸ਼ਨ ਕੀ ਹੈਗੀ ਹੈ, ਕਿਉਂਕਿ ਪਖੰਡੀਆਂ ਨੇ ਵੀ ਆਪਣੀਆਂ ਦੁਕਾਨਾਂ ਚਲਾਉਣ ਲਈ ਧਰਮ ਦਾ ਸਹਾਰਾ ਲਿਆ, ਗਲਤ ਡੈਫੀਨੇਸ਼ਨਾਂ ਦਿੱਤਾ ਹੋਇਆ। ਚਾਹੇ ਉਹ ਪਖੰਡੀ ਕਿਸੇ ਵੀ ਰੂਪ ਦੇ ਵਿੱਚ ਹੋਣ, ਚਾਹੇ ਉਹ ਬਾਬਿਆਂ ਦੇ ਰੂਪ 'ਚ ਹੋਣ, ਹੈ ਨਾ ਜੀ, ਚਾਹੇ ਉਹ ਹੋਰ ਸੰਤਾਂ ਸਾਧੂਆਂ ਦੇ ਰੂਪ 'ਚ ਹੋਣ, ਚਾਹੇ ਖੱਪਗਰੇਡਾਂ ਦੇ ਰੂਪ 'ਚ ਹੋਣ, ਚਾਹੇ ਉਹ ਕਾਮਰੇਡਾਂ ਦੇ ਰੂਪ 'ਚ ਹੋਣ, ਸਾਰਿਆਂ ਨੇ ਆਪਣੀਆਂ ਆਪਣੀਆਂ ਦੁਕਾਨਾਂ ਚਲਾਈਆਂ ਧਰਮ ਦੇ ਨਾਂ ਦੇ ਉੱਤੇ। ਸਾਨੂੰ ਸਭ ਤੋਂ ਪਹਿਲਾਂ ਸਾਡੀ ਆਪਣੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਧਰਮ ਨੂੰ ਪਹਿਚਾਣੀਏ ਕਿ ਧਰਮ ਅਸਲ 'ਚ ਹੈ ਕੀ, ਤੇ ਫਿਰ ਉਸ ਧਰਮ ਨੂੰ ਸਮਾਜ ਦੇ ਉੱਤੇ ਲਾਗੂ ਕਰਨ ਲਈ ਜਿੰਨੀ ਵੀ ਤੁਹਾਡੀ ਸਮਰੱਥਾ ਆ ਉਹਨੂੰ ਵਰਤ ਕੇ ਉਸ ਧਰਮ ਨੂੰ ਸਮਾਜ ਦੇ ਵਿੱਚ ਲਾਗੂ ਕਰੀਏ, ਤਾਂ ਕਿ ਇੱਕ ਸੋਹਣਾ ਸਮਾਜ ਅਸੀਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਦੇ ਕੇ ਜਾਈਏ। ਕਿਉਂਕਿ ਆਉਣ ਵਾਲਾ ਟਾਈਮ ਵੀ ਬਹੁਤ ਖਿੱਚੋਤਾਣ ਵਾਲਾ ਹੋਣਾ ਹੈ। ਜਿਸ ਹਿਸਾਬ ਨਾਲ ਜਿਸ ਪਾਸੇ ਨੂੰ ਵਰਲਡ ਲੀਡ ਕਰ ਰਿਹਾ ਆ, ਇੱਕ ਖਿੱਚੋਤਾਣ ਵਾਲਾ ਮਾਹੌਲ ਬਣੀ ਜਾਣਾ ਹੈ। ਤੇ ਉਹ ਸੋ ਇਸ ਕਰਕੇ ਜਿਸ ਤਰੀਕੇ ਨਾਲ ਸਾਨੂੰ ਧਰਮ ਮਿਲਿਆ ਆ, ਇਸ ਤਰ੍ਹਾਂ ਹੀ ਅਸੀਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਵੀ ਧਰਮ ਦੇ ਕੇ ਜਾਈਏ, ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਕੇ ਇੱਕ ਖੁਸ਼ਹਾਲ ਆਪਣਾ ਜੀਵਨ ਜੀ ਸਕਣ। ਠੀਕ ਹੈ ਜੀ। ਤੇ ਭਾਜੀ ਅੱਜ ਦੇ ਪ੍ਰੋਗਰਾਮ ਨੂੰ ਫਿਰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ। ਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।